बिस्मिल्लाहिर्रहमानिर्रहीम। नाज़रीन, मैं तेरा मेज़बान खालिद हुसैन। नाज़रीन, ਅਸੀਂ ਪੰਜਾਬੀ ਦੇ ਪ੍ਰੋਗਰਾਮ ਵਿਰਸਾ ਜਾਂ ਕਿਹੜਾ ਵੀ ਕਿਸੇ ਜਗ੍ਹਾ ਦੇ ਉੱਤੇ ਵੀ ਪਿਆ ਹੁੰਦਾ, ਅੱਜ ਸਾਡੀਆਂ ਤੋਪਾਂ ਦਾ ਰੁਖ ਜਿਹੜਾ ਹੈ ਆਕੜਾ ਵਾਲਾ ਬੰਗਲਾ, ਇਹ ਚੀਚਾ ਵਤਨੀ ਤੋਂ ਉਕਾਂ ਵਾਲਾ ਬੰਗਲਾ 90 ਮੋੜ, ਇਹ ਉਹਨੂੰ ਕ੍ਰਾਸ ਕਰਦਿਆਂ ਹੋਇਆਂ 85 ਚੱਕ ਤੋਂ ਵੀ ਅੱਗੇ ਇਹ ਆਕੜਾ ਵਾਲਾ ਬੰਗਲਾ, ਇਹ ਅੱਜ ਤੁਹਾਨੂੰ ਇਹਦਾ ਵਿਜ਼ਿਟ ਕਰਾਉਣ ਜਾ ਰਹੇ ਆ। ਨਾਜ਼ਰੀਨ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੰਗਰੇਜ਼ ਕਿਆ ਉਹਦੀ ਸੋਚ ਸੀ, ਕਿਆ ਉਹਦੀ ਜ਼ਹਾਨਤ ਸੀ, ਉਹਨੂੰ ਦਾ ਦੇਣ ਨੂੰ ਦਿਲ ਕਰਦਾ। ਉਹਨੇ ਇਹ ਜਿਹੜਾ ਸਟਰਕਚਰ ਆ, ਕਿਸੇ ਜਗ੍ਹਾ ਦੇ ਉੱਤੇ ਵੀ ਇਹ ਕੁਛ ਇਸ ਰਾਈਟ ਹੈਂਡ ਤੇ ਮੇਰਾ ਕੈਮਰਾਮੈਨ ਦਿਖਾਵੇ, ਇਸ ਜਗ੍ਹਾ ਦੇ ਉੱਤੇ ਨਹਿਰ ਆ, ਨਹਿਰ ਦੇ ਨਾਲ ਆ ਕੱਦ-ਦਾਵਰ ਜਿਹੜੇ 100 ਸਾਲ ਤੋਂ ਵੀ ਜ਼ਿਆਦਾ ਜਿਹੜੇ ਇਹ ਦਰਖਤ ਨੇ, ਇਹ ਦਰਖਤ ਲਗਾਉਂਦਾ ਸੀ। ਨਹਿਰੀ ਨਿਜ਼ਾਮ ਨੂੰ, ਆਬਾਸ਼ੀ ਨਿਜ਼ਾਮ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਵਾਚ ਕਰਨ ਵਾਸਤੇ ਉਹਨੇ ਆਪਣਾ ਇਹ ਸਾਰਾ ਮਨਸੂਬੇ ਬਣਾਏ ਹੋਏ ਸੀ। ਆਪਣੇ ਨਹਿਰਾਂ ਦੇ ਉੱਤੇ ਉਹਨੇ ਬੰਗਲੇ ਉਹਨੇ ਬਣਾਏ ਸੀ। ਅਸੀਂ ਤੁਹਾਨੂੰ ਬੜੇ ਬੰਗਲੇ ਵੀ ਦਿਖਾਏ ਨੇ, ਜਿੰਦੇ ਵਿੱਚ ਨਾਈ ਵਾਲਾ ਬੰਗਲਾ, ਉਸ ਤੋਂ ਬਾਅਦ ਚੀਚਾ ਵਤਨੀ ਵਾਲਾ ਬੰਗਲਾ, ਸ਼ੇਰਾਂ ਵਾਲਾ ਬੰਗਲਾ, ਉਸ ਤੋਂ ਬਾਅਦ ਉਕਾਮ ਵਾਲਾ ਬੰਗਲਾ, ਤੇ ਅੱਜ ਐਕੜਾਂ ਵਾਲਾ ਬੰਗਲਾ, ਜਿਹੜਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਉਹ ਗੋਰਾ ਚਲਾ ਗਿਆ। 100 ਸਾਲ ਤੋਂ ਵੀ ਜ਼ਿਆਦਾ ਆਪਣਾ ਉਹਦਾ ਇੱਥੇ ਰਾਜ ਸੀ, ਉਹਨੇ ਰਾਜ ਕੀਤਾ। ਰਾਜ ਕਰਨ ਤੋਂ ਬਾਅਦ ਆਪਣਾ ਬਰਤਾਨੀਆ ਵਾਪਸ ਚਲਾ ਗਿਆ, ਲੇਕਿਨ ਉਹਦੇ ਸਟਰਕਚਰ ਦਾ ਨਿਜ਼ਾਮ ਅੱਜ ਤੁਹਾਨੂੰ ਦਿਖਾਣੇ ਆ। ਇਹ ਅਕਣਾ ਵਾਲਾ ਬੰਗਲਾ, ਤੇ ਕੈਮਰਾਮੈਨ ਆਵੇ ਜੀ, ਇਹ ਦੇਖੋ ਜੀ, ਉਹਦੀ ਇਮਾਰਤ ਉਸੇ ਤਰ੍ਹਾਂ ਹੀ ਆ ਦੇਖੋ ਖੜੀ ਹੈ। ਇਮਾਰਤ ਦਾ ਜਿਹੜਾ ਸਾਰਾ ਤੁਹਾਨੂੰ ਮੈਂ ਸਟਰਕਚਰ ਜਿਹੜਾ ਹੈ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਜੀ। ਇੱਥੇ ਬਹਿ ਕੇ ਆਪਣੇ ਉਹ ਸਾਰੇ ਹੀ ਫੈਸਲੇ ਕਰਦਾ ਸੀ। ਦੇਖੋ ਉਹਦੀਆਂ ਇੱਟਾਂ, ਉਹਦੇ ਇਹ ਦੇਖੋ ਉਸੇ ਤਰ੍ਹਾਂ ਹੀ, ਇਹ ਦੇਖੋ ਮੇਰਾ ਕੈਮਰਾਮੈਨ ਦਿਖਾਵੇ ਕਿੱਡੀ ਕਿੱਡੀ ਇੱਟ, ਇਹ ਦੇਖੋ ਕਿੱਡੀ ਕਿੱਡੀ ਇੱਟ ਕਿਸ ਤਰੀਕੇ ਦੇ ਨਾਲ ਲੱਗੀ ਏ। ਇਹਦੇ ਵਿੱਚ ਪਤਾ ਨਹੀਂ ਕਿਹੜਾ ਉਹਨਾਂ ਨੇ ਮਸਾਲੇ, ਕਿਹੜੀਆਂ ਚੀਜ਼ਾਂ ਉਹਨਾਂ ਨੇ ਇਸਤੇਮਾਲ ਕੀਤੀਆਂ ਨੇ ਜੀ। ਇਹ ਦੇਖੋ, ਇਹ ਉਹਦਾ ਬਹਿਣ ਦਾ ਨਿਜ਼ਾਮ, ਇਹ ਕਮਰਾ ਜੀ, ਕੈਮਰਾਮੈਨ ਤੁਹਾਨੂੰ ਦਿਖਾਉਂਦਾ ਜੀ ਸਾਰਾ। ਆ ਦੇਖੋ, ਜਦੋਂ ਗੋਰਾ ਇਸ ਬੰਗਲੇ ਦੇ ਵਿੱਚ ਆਉਂਦਾ ਸੀ, ਉਹਦਾ ਕਾਰਵਾਂ ਘੋੜਿਆਂ ਦੇ ਹੁੰਦਾ ਸੀ, ਇਹਨੂੰ ਬਣਾ ਸੰਵਾਰ ਦਿੰਦੇ ਸੀ ਸਾਰਾ। ਇਹ ਦੇਖੋ, ਇਹ ਪਿਛਲਾ ਕਮਰਾ ਹੈ, ਇੱਥੇ ਕੋਈ ਬਾਥ ਵਗੈਰਾ ਜਾਣੀ ਕਿ ਉਦੋਂ ਦੇ ਹੀ। ਇਹ ਦੇਖੋ ਸਾਰੇ, ਇਹ ਦੇਖੋ ਕੈਸੀਆਂ ਉਹਨਾਂ ਨੇ ਮਜ਼ਬੂਤੀ ਦੇ ਨਾਲ ਇਹ ਚੀਜ਼ਾਂ ਬਣਾਈਆਂ ਸੀ। ਇਹ 100 ਸਾਲ ਤੋਂ ਵੀ ਜ਼ਿਆਦਾ ਇਹ ਦੇਖੋ ਦਰਵਾਜ਼ੇ ਹੋ ਗਏ ਨੇ ਖੜੇ, ਅੱਜ ਵੀ ਉਸੀ ਅਸਲ ਹਾਲਤ ਦੇ ਵਿੱਚ। ਲੇਕਿਨ ਇਹ ਦੇਖੋ ਨਿਗਾਹਦਾਸ਼ ਨਾ ਹੋਣ ਦੀ ਵਜ੍ਹਾ ਦੇ ਨਾਲ ਕਈ ਸ਼ੀਸ਼ੇ ਵਗੈਰਾ ਟੁੱਟ ਗਏ ਨੇ। ਇਹ ਦੇਖੋ ਉੱਪਰ ਦਿਖਾਵੇ, ਇਹ ਹਵਾ ਵਾਸਤੇ ਸਾਰਾ ਨਿਜ਼ਾਮ ਬਣਾਇਆ ਸੀ ਜੀ। ਇਹ ਅੰਦਰ ਦਾ ਤੁਹਾਨੂੰ ਜਿਹੜਾ ਹੈ ਨਾ, ਇਹ ਰੈਸਟ ਹਾਊਸ ਜਿਹੜਾ ਮਤਲਬ ਉਹਦਾ ਬੰਗਲਾ ਸੀ, ਇਹ ਉਹਦਾ ਮੇਨ ਕਮਰਾ ਜੀ। ਇਹ ਦੇਖੋ ਮੇਨ ਕਮਰਾ, ਇਹ ਬਾਹਰਲੀ ਸਾਈਡ ਵੀ ਹੈ, ਇਹ ਤੁਹਾਨੂੰ ਬੈਕ ਸਾਈਡ ਤੇ ਤੁਹਾਨੂੰ ਦਿਖਾਣੇ, ਉੱਪਰੋਂ ਵੀ ਦਿਖਾਵੇ ਜੀ ਕੈਮਰਾਮੈਨ। ਤੇ ਇਹ ਸਾਰਾ ਫਰਸ਼, ਇਹ ਦਰਵਾਜ਼ੇ ਇਸ ਬੰਗਲੇ ਦੇ ਉਸੇ ਤਰ੍ਹਾਂ ਹੀ ਹੈ ਜੀ। ਇੱਥੇ ਬੰਗਲੇ ਦੇ ਵਿੱਚ ਗੋਰਾ ਬੈਠਦਾ ਸੀ। ਆ ਦੇਖੋ ਆਹ ਬਾਲਕੋਨੀਆਂ ਜੀਆਂ, ਆ ਦੇਖੋ ਉਸੇ ਹੀ ਟਾਈਪ ਦੀਆਂ ਅੱਜ ਵੀ ਅਸਲੀ ਹਾਲਤ ਦੇ ਵਿੱਚ ਇਹ ਖੜੀਆਂ ਨੇ। 100 ਸਾਲ ਤੋਂ ਜ਼ਿਆਦਾ ਇਸ ਗੋਰੇ ਨੂੰ ਸਾਡੇ ਕੋਲ ਚਲੇ ਜਾਣ ਦਾ ਸ਼ਰਫ ਹਾਸਲ ਹੈ ਜੀ। ਇਹ ਬੈਕ ਸਾਈਡ ਹੈ ਜੀ, ਆ ਦੇਖੋ ਇਹ ਵੀ ਹੁੰਦਾ ਕੋਈ ਕਮਰਾ ਜਾਂ ਹਰ ਚੀਜ਼ ਹੈਗੀ ਸੀ। ਤੇ ਨਾਜ਼ਰੀਨ, ਇਹ ਗੋਰਾ ਮਤਲਬ ਇੱਥੇ ਬੈਠ ਕੇ, ਰੈਸਟ ਹਾਊਸ ਦੇ ਵਿੱਚ ਬੈਠ ਕੇ
ਜਿਵੇਂ ਅੱਜ ਸਾਡੇ ਖੁੱਲੀਆਂ ਕਚਹਿਰੀਆਂ ਲੱਗਦੀਆਂ ਨੇ, ਖੁੱਲੀਆਂ ਕਚਹਿਰੀਆਂ, ਇਹ ਇੱਥੇ ਆ ਕੇ ਗੋਰਾ ਜਦੋਂ ਆਉਂਦਾ ਸੀ ਉਹਦਾ ਲਸ਼ਕਰ ਉੱਪਰੋਂ ਆ ਦੇਖੋ, ਤੁਹਾਡਾ ਮੈਨੂੰ ਕੈਮਰਾਮੈਨ ਦਿਖਾ ਰਿਹਾ, ਇਹ ਦੇਖੋ ਕਿਸ ਤਰੀਕੇ ਦੇ ਨਾਲ ਗਾਰਡਰ ਸਨ ਜੀ, ਗਾਰਡਰ ਔਰ ਇੱਟਾਂ ਉਸ ਤਰੀਕੇ ਦੇ ਨਾਲ ਲਾਈਆਂ ਸੀ। ਇਹਦੇ ਜਿਹੜੀ ਇਹ ਇੱਟ ਔਰ ਇਹ ਦੇਖੋ ਪਿੱਲਰਾਂ ਦੀ ਪਮੈਸ਼ ਜਿਹੀ ਕਿਸ ਤਰੀਕੇ ਦੀ ਉਹਦੀ ਤਜਵੀਜ਼ ਸੀ ਔਰ ਕਿਸ ਤਰੀਕੇ ਦੇ ਨਾਲ ਉਹਨੇ ਇਹ ਬਣਾਇਆ ਹੋਇਆ ਸੀ, ਜਿਹਦੇ ਵਿੱਚ ਇਹ ਸੀਮੈਂਟ ਨਹੀਂ ਸੀ ਲੱਗਾ। ਅੱਜ ਵੀ ਇਮਾਰਤ ਜਿਹੜੀ ਹੈ ਅਸਲੀ ਹਾਲਤ ਦੇ ਵਿੱਚ, ਇਹ ਦੇਖੋ ਕਦੀ ਵੀ ਬਾਰਿਸ਼ ਆਉਣ ਦੇ ਨਾਲ, ਮੇਰਾ ਖਿਆਲ ਹੈ ਕਿ ਜਦੋਂ ਦਾ 100 ਸਾਲ ਦਾ ਇਹ ਬਣਿਆ ਹੈ ਇਹ ਬੰਗਲਾ, ਇੱਥੇ ਕਿਤੇ ਵੀ ਬਾਰਿਸ਼ ਯਾਨੀ ਕਿ ਕਦੀ ਵੀ ਟਪਕੀ ਨਹੀਂ, ਯਾਨੀ ਕਿ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਅਕਸਰ ਕਹਿੰਦੇ ਆ ਛੱਤਾਂ ਚੋਣ ਲੱਗ ਪਈਆਂ। ਇਹ ਬੰਗਲਾ ਉਦੋਂ ਦਾ ਜੀ। ਹੁਣ ਤੁਹਾਨੂੰ ਇਹਦੀ ਬੈਕ ਸਾਈਡ ਤੇ ਲੈ ਕੇ ਜਾਣਾ ਜੀ। ਇਹੀ ਬੰਗਲਾ ਆ ਫਰੰਟ ਸੀ ਸਾਰਾ ਜਿਹੜਾ ਤੁਹਾਨੂੰ ਵਿਜ਼ਿਟ ਕਰਾਇਆ। ਦੇਖੋ ਨਾਜ਼ਰੀਨ, ਇੱਟ ਔਰ ਉਸ ਤੋਂ ਬਾਅਦ ਆ ਮੇਰਾ ਕੈਮਰਾਮੈਨ ਦਿਖਾਵੇ ਕਿਤੋਂ ਵੀ, ਇਹ ਦੇਖੋ ਪਤਾ ਨਹੀਂ ਕਿਹੜਾ ਹੀ ਇਹ ਸੀਮੈਂਟ ਨਹੀਂ ਲੱਗਾ ਹੋਇਆ, ਇਹਦੇ ਵਿੱਚ ਕੀ ਚੀਜ਼ ਉਹ ਲਾਉਂਦੇ ਸਨ। ਅੱਜ ਵੀ ਇਹਦੇ 'ਚ ਦਰਾੜ ਨਹੀਂ ਹੈਗੀ, ਇਹਦੇ ਵਿੱਚ ਕੋਈ ਐਸਾ ਕਨਸੈਪਟ ਨਹੀਂ ਹੈਗਾ ਕਿ ਇਹ ਦੀਵਾਰਾਂ ਏਡੀਆਂ ਮੋਟੀਆਂ ਨੇ, ਕਿੰਨੇ ਕਿੰਨੇ ਫੁੱਟ ਦੀਆਂ, ਕਿ ਮਤਲਬ ਇਹ ਵੀ ਕੋਈ ਚੀਜ਼ ਉਹਨਾਂ ਨੇ ਬਣਾਈ ਹੋਏਗੀ ਜਾਂ ਗੁਸਲਖਾਨਾ ਜਾਂ ਕਰਕੇ। ਨਾਜ਼ਰੀਨ, ਇਹ ਜਦੋਂ ਬਣਾਉਂਦੇ ਸਨ ਨਾ, ਇਹਨਾਂ ਦਾ ਮੁਕੰਮਲ ਇੱਕ ਜਿਹੜਾ ਨਾ ਸਿਸਟਮ ਹੁੰਦਾ ਸੀ। ਇਹ ਹੁਣ ਉਹਦੀ ਬੈਕ ਸਾਈਡ ਤੇ ਅਸੀਂ ਆ ਗਏ ਹਾਂ, ਤੁਹਾਨੂੰ ਬੈਕ ਸਾਈਡ ਦੀ ਸਾਰੀ ਚੀਜ਼ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੋਂ ਜਿਹੜਾ ਹੈ ਇਹ ਬੈਕ ਸਾਈਡ ਤੇ ਕਿਵੇਂ ਉਹ ਫਰੰਟ ਸੀ, ਬੈਕ ਸਾਈਡ ਤੋਂ ਹੀ ਕਮਰੇ ਬਣੇ ਹੋਏ ਨੇ। ਨਾਜ਼ਰੀਨ, ਇਹ ਕਮਰੇ ਬਣੇ ਹੋਏ ਨੇ, ਇਹ ਕਮਰਿਆਂ ਤੋਂ ਹੁਣ ਤੁਹਾਨੂੰ ਜਿਹੜਾ ਨਾ ਸਾਰੀ ਅਸੀਂ ਤੁਹਾਨੂੰ ਸੈਰ ਕਰਾਣੀ ਹੈ। ਬਕਾਇਦਾ ਉਹਦਾ ਇੱਥੇ ਪਿੱਛੇ ਇੱਕ ਬਾਥਰੂਮ ਹੁੰਦਾ ਸੀ, ਇੱਥੋਂ ਹੀ ਨਿਕਲ ਕੇ ਗੋਰਾ ਜਾਂ ਉਹਦੇ ਜਿਹੜੇ ਇੱਥੇ ਤਾਰਬਾਊ, ਜ਼ਿਲ੍ਹੇਦਾਰ, ਉਸ ਬਾਅਦ SDO ਵਗੈਰਾ, DFO ਵਗੈਰਾ, ਜਿਹੜੇ ਇਹ ਵੱਡੇ ਵੱਡੇ ਇਹਨਾਂ ਦੇ ਅਫਸਰ ਹੁੰਦੇ ਸੀ ਨਹਿਰਾਂ ਦੇ। ਲਓ ਨਾਜ਼ਰੀਨ, ਮੈਂ ਤੁਹਾਨੂੰ ਹੁਣ ਜਿਹੜਾ ਨਾ ਆਸਾ ਇਦਾਂ ਹੀ ਆ ਬੈਕ ਸਾਈਡ ਹੁੰਦੀ ਸੀ। ਬੈਕ ਸਾਈਡ ਤੋਂ ਫਿਰ ਉਹ ਦਿਖਾਣੇ ਆ ਉਹਨਾਂ ਦੇ ਬਾਵਰਚੀ ਖਾਨੇ ਵਿੱਚ ਜਿੱਥੇ ਖਾਣੇ ਪੱਕ ਕੇ ਅੰਦਰ ਨੂੰ ਆਉਂਦੇ, ਉਹ ਚੀਜ਼ ਦਾ ਫਿਰ ਤੁਹਾਨੂੰ ਵਿਜ਼ਿਟ ਕਰਾਣੇ। ਲੋ ਹੋ ਜੀ, ਮੈਂ ਤੁਹਾਨੂੰ ਇਹ ਛੱਤ ਤੇ ਲੈ ਕੇ ਚੱਲਾਂ ਮੁਕੰਮਲ। ਤੁਹਾਨੂੰ ਉਦੋਂ ਜਿਹੜੇ ਗੋਰੇ ਦੇ ਹੁੰਦੇ ਸਨ ਮੁਲਾਜ਼ਮੀਨ, ਉਹਨਾਂ ਵਾਸਤੇ ਸਾਰੇ ਕਮਰੇ ਸਟਰਕਚਰ ਮੁਕੰਮਲ ਬਣਾਉਂਦਾ ਹੁੰਦਾ ਸੀ ਜੀ। ਲਓ ਨਾਜ਼ਰੀਨ, ਛੱਤ ਜਿਹੜੀ ਏ ਉਦੋਂ ਦੀ ਹੀ ਹੈਗੀ ਹੈ, ਨਾ ਕਿਸੇ ਬੰਦੇ ਨੇ ਆ ਬਣਾਈ ਹੈ। ਪਤਾ ਨਹੀਂ ਜੇ ਇਹ ਕਿਸ ਚੀਜ਼ ਦੀ ਛੱਤ ਬਣੀ ਹੈ ਜਿਹੜੀ ਮੈਂ ਤੁਹਾਨੂੰ ਅੱਗੇ ਵਿਜ਼ਿਟ ਕਰਾਇਆ। ਨਾ ਇਹ ਚੋਣ ਦਾ ਕਨਸੈਪਟ ਆ, ਪਤਾ ਨਹੀਂ ਇਹਦੇ 'ਤੇ ਕਿਹੜਾ ਮਸਾਲਾ ਪਾਇਆ। ਯਾਨੀ ਕਿ 100 ਸਾਲ ਤੋਂ ਜ਼ਿਆਦਾ ਇਸ ਮਤਲਬ ਯਾਨੀ ਕਿ ਗੋਰੇ ਨੂੰ ਚਲੇ ਜਾ ਦਾ ਸ਼ਰਫ ਹਾਸਲ ਇਸ ਪਾਕਿਸਤਾਨ ਨੂੰ ਚਲਾ ਗਿਆ ਉਹ, ਲੇਕਿਨ ਉਹ ਐਸਾ ਇਹ ਬਣਾਉਂਦਾ ਸੀ ਸਟਰਕਚਰ। ਤੇ ਲੋ ਜੀ, ਹੁਣ ਆਖਰੀ ਜਿਹੜਾ ਫਲੋਰ ਦੇ ਉੱਤੇ ਮੈਂ ਹੁਣ ਜਾ ਰਿਹਾ ਤੇ ਤੁਹਾਨੂੰ ਸਾਰਾ ਹੀ ਇੱਥੋਂ ਵੀ ਵਿਜ਼ਿਟ ਕਰਾ ਦੇਣਾ। ਦੇਖੋ ਇਹ ਜਿਹੜਾ ਸੀ ਮਤਲਬ ਦਰਖਤ ਜਿਹੜੇ ਨੇ ਨਾਜ਼ਰੀਨ, ਦਰਖਤ ਏਡੇ ਕਾਦਾਵਰ, ਬੰਗਲੇ ਕਿਸੇ ਦੇ ਵੀ ਅਸੀਂ ਗਏ ਆ, ਏਡੇ ਏਡੇ ਕਾਦਾਵਰ ਦਰਖਤ ਲੱਗੇ ਨੇ ਇਹਨਾਂ ਥੱਲੇ, ਇਹਨਾਂ ਦੀ ਛਾਂ ਥੱਲੇ ਬੈਠਣ ਨੂੰ ਦਿਲ ਕਰਦਾ ਜੀ। ਨਾਜ਼ਰੀਨ, ਉਦੋਂ ਦੀਆਂ ਜਿਹੜੀਆਂ ਨੇ ਇਹ ਦੇਖੋ ਥੱਲਿਓਂ ਜਿਹੜੀ ਕਿ ਹਵਾ ਵਾਸਤੇ ਵੈਂਟੀਲੇਸ਼ਨ ਵਗੈਰਾ, ਇਹ ਦੇਖੋ ਹਵਾ ਵਾਸਤੇ ਉਦੋਂ ਦੀਆਂ ਇੱਟਾਂ ਆ ਵੈਂਟੀਲੇਸ਼ਨ ਵਾਸਤੇ, ਇਹ ਸਾਰਾ ਕੁਝ ਬਣਿਆ ਹੋਇਆ। ਔਰ ਮੈਂ ਨਾਜ਼ਰੀਨ ਤੁਹਾਨੂੰ ਇੱਕ ਗੱਲ ਦੱਸਾਂ, ਗੋਰੇ ਦਾ ਨਿਜ਼ਾਮ ਜਿਹੜਾ ਹੈ ਅੱਜ ਤਾਈਂ ਸਾਡੀਆਂ ਹਕੂਮਤਾਂ ਜਿਹੜੀਆਂ ਨੇ ਇਹਨੂੰ ਫਾਲੋ ਹੀ ਨਹੀਂ ਕਰ ਸਕੀਆਂ। ਇਹ ਦੇਖੋ ਉਦੋਂ ਬਿਜਲੀਆਂ ਕੋਈ ਐਸਾ ਨਿਜ਼ਾਮ ਨਹੀਂ ਸੀ, ਦਰਖਤ ਲਗਾ ਦਿੰਦਾ ਸੀ ਘੋੜਿਆਂ ਤੇ ਜਦੋਂ ਕਾਰਵਾਂ ਆਉਂਦੇ ਸੀ। ਆ ਦੇਖੋ ਇਹ ਥੱਲੇ ਜਿਹੜੀ ਹੈ ਆਬੋ ਹਵਾ ਵਾਸਤੇ ਆ। ਨਾਜ਼ਰੀਨ, ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਫਰੰਟ, ਇਹ ਉਹਦਾ ਫਰੰਟ ਸੀ ਜੀ, ਮਤਲਬ ਇਹ ਫਰੰਟ ਹੈ ਜੀ। ਇਹ ਨਾਜ਼ਰੀਨ ਤੁਹਾਨੂੰ ਦਿਖਾਵਾਂ ਜਿਹੜਾ ਫਰੰਟ ਤਾਂ ਮੈਂ ਤੁਹਾਨੂੰ ਅੱਗੇ ਦਿਖਾ ਕੇ ਆਇਆ, ਇਹ ਫਰੰਟ ਦਾ। ਔਰ ਐਸਾ ਸੀਮੈਂਟ ਜਾਂ ਐਸਾ ਕੋਈ ਇਹ ਮਟੀਰੀਅਲ ਲੱਗਾ ਹੋਇਆ ਨਾਜ਼ਰੀਨ। ਇੱਟ ਦੇਖੋ ਆਓ ਸਾਹਮਣੇ ਕਿੱਡੀ ਕਿੱਡੀ ਵੱਡੀ ਉਸ ਵਕਤਾਂ ਦੀ ਇੱਟ ਆ, ਜਿਹਦਾ ਵਜ਼ਨ 8 ਕਿਲੋ 10 ਕਿਲੋ ਇੱਟ ਦਾ ਹੈਗਾ। ਦਰਖਤ ਅੱਜ ਵੀ ਏਡੇ ਏਡੇ 100 ਸਾਲ ਤੋਂ ਵੀ ਪੁਰਾਣੇ ਨੇ, ਇਹਨਾਂ ਦੀ ਛਾਂ ਥੱਲੇ ਬੈਠਣ ਨੂੰ ਦਿਲ ਕਰਦਾ। ਔਰ ਇਹ ਕਿੰਨੇ ਕਿੰਨੇ ਮਰਬੇ ਦੇ ਉੱਤੇ ਮਹੀਦ ਆ।
ਗੋਰਾ ਜ਼ਰੂਰ ਚਲਾ ਗਿਆ, ਲੇਕਿਨ ਉਹਨੇ ਨਿਜ਼ਾਮ, ਨਹਿਰੀ, ਆਬਪਾਸ਼ੀ, ਰੇਲਵੇ, ਇਹ ਸਾਨੂੰ ਇਹ ਜਿਹੜੇ ਜਿਹੜੇ ਨਿਜ਼ਾਮ ਬਣਾ ਕੇ ਦੇ ਗਿਆ, ਉਸ ਤੋਂ ਬਾਅਦ ਸਾਡੇ ਵਿੱਚ ਤਫੀਕ ਨਹੀਂ ਹੋਈ ਕਿ ਅਸੀਂ ਕੋਈ ਅੱਗੋਂ ਕੋਈ ਸਟਰਕਚਰ ਬਣਾ ਲਈਏ। ਨਾਜ਼ਰੀਨ, ਮੈਂ ਛੱਤ ਦੇ ਉੱਤੇ ਖੜਾ ਤੇ ਉਦੋਂ ਜਿਹੜਾ ਹੈ ਕੈਮਰਾਮੈਨ ਮੈਨੂੰ ਤੋਂ ਦਿਖਾਵੇ, ਇਹ ਦੇਖੋ ਮੈਂ ਕੁਛ ਦੇਰ ਪਹਿਲੇ ਇਹ ਗੱਲ ਕੀਤੀ ਸੀ, ਖਾਣੇ ਬਣ ਗਏ। ਇਹ ਦੇਖੋ ਉਹਨਾਂ ਦਾ ਇਹ ਬਵਰਚੀ ਹੈ, ਔਰ ਬਵਰਚੀ ਖਾਨਾ ਯਾਨੀ ਕਿ ਬੈਕ ਸਾਈਡ ਤੋਂ ਖਾਣੇ। ਉਹਨਾਂ ਦੇ ਕੁੱਕ ਉਦੋਂ ਵੀ ਹੈਗੇ ਸਨ ਮੁਸਲਮਾਨਾਂ ਦੀ ਸ਼ਕਲ ਦੇ ਵਿੱਚ, ਮੁਸਲਮਾਨ ਗੈਰ ਮਜ਼ਹਬ ਲੋਕ ਵੀ ਸਨ, ਸਿੱਖ, ਹਿੰਦੂ, ਉਹਨਾਂ ਨੂੰ ਰੈਸ਼ਾਂ ਬਣਾ ਕੇ ਦਿੱਤੀਆਂ ਸੀ, ਉਹ ਦੇਖੋ ਦੂਰ ਕਰਕੇ, ਔਰ ਰੈਸ਼ਾਂ ਉਹਨਾਂ ਦੀਆਂ। ਉਸ ਤੋਂ ਬਾਅਦ ਜਿਹੜੇ ਮੁਸਲਮਾਨ ਸੀ ਉਦੋਂ ਦੀ ਛੋਟੀ ਜੀ ਇਹ ਕਲੋਨੀ ਸੀ, ਜਿਹੜੇ ਕਿ ਤਾਰਬਾਊ ਵਗੈਰਾ, DFO, ਜ਼ਿਲ੍ਹੇਦਾਰ, ਜਦੋਂ ਇਹ ਗੋਰਾ ਆ ਕੇ ਬੈਠਦਾ ਸੀ ਉਦੋਂ ਮਸਜਿਦ ਵੀ ਸੀ। ਉਹ ਕਹਿੰਦਾ मस्जिद तो बना दी शब भर बने, ईमान की हरारत वालों ने, मन अपना पराया पापी है, बरसों में नमाजी बन न सका। ये मस्जिद आ, मस्जिद ਦੇ ਵਿੱਚ ਅੱਜ ਉਜਾੜੇ ਪਏ ਹੋਏ ਨੇ। ਮੈਂ ਥੱਲਿਓਂ ਵੀ ਨਾਜ਼ਰੀਨ ਤੁਹਾਨੂੰ ਜਾ ਕੇ ਵਿਜ਼ਿਟ ਕਰਾਨਾ ਇਹ ਸਟਰਕਚਰ ਕਿਵੇਂ ਬਣਾਉਂਦਾ ਸੀ, ਇਹ ਉੱਥੋਂ ਕੈਸਾ ਨਜ਼ਾਰਾ ਲੱਗ ਰਿਹਾ ਹੈ। ਗੋਰਾ ਉੱਪਰ ਆ ਕੇ ਵੀ ਟਹਿਲਦਾ ਵੀ ਸੀ ਤੇ ਉੱਤੇ ਆ ਕੇ ਆਪਣੇ ਅਫਸਰਾਂ ਦੇ ਨਾਲ ਮਸ਼ਵਰੇ ਵੀ ਕਰਦਾ ਸੀ। ਮਸ਼ਵਰੇ ਕਰਕੇ ਔਰ ਮਸ਼ਾਵਰਤ ਕਰਕੇ ਅਗਲਾ ਟਾਈਮ ਦੀ ਲਾਹੇ ਅਮਲ ਬਣਾ ਕੇ ਤੇ ਅੱਗੇ ਜਿਹੜਾ ਕੀ ਕਰਨਾ। ਇੱਕ ਬੰਗਲੇ ਤੇ ਨਹੀਂ, ਬੜੇ ਬੜੇ ਬੰਗਲਿਆਂ ਤੇ ਇਹ ਜਾਂਦਾ ਸੀ, ਉੱਥੇ ਜਾ ਕੇ ਆਪਣੇ ਕੰਮ ਨੂੰ ਅਹਿਮੀਅਤ ਜ਼ਿਆਦਾ ਦਿੰਦਾ ਸੀ। ਉਸ ਤੋਂ ਬਾਅਦ ਇਹਦੇ ਜਿਹੜੇ ਸਾਰੇ ਇਹਦੇ ਮਤਹਿਤ ਸਨ ਉਹ ਆ ਜਾਂਦੇ ਸੀ। ਇਹ ਬੰਗਲਿਆਂ ਦੀ ਜਿੱਥੇ ਵੀ ਜਾਓਗੇ ਇਹਨਾਂ ਦੀ ਇੱਕ ਹੈਗੀ ਏ, ਉੱਥੇ ਨਹਿਰ ਜ਼ਰੂਰ ਹੋਏਗੀ। ਨਾਜ਼ਰੀਨ, ਉਹ ਤੁਹਾਨੂੰ ਛੋਟੀ ਜੀ ਨਹਿਰ ਵੀ ਅਸੀਂ ਉਹ ਵਿਜ਼ਿਟ ਕਰਾਣੇ। ਤੇ ਲਓ ਜੀ, ਹੁਣ ਤੁਹਾਨੂੰ ਮਸਜਿਦ ਤੇ ਜਿਹੜੇ ਇਹਨਾਂ ਦੇ ਥੱਲੇ ਕੁਆਟਰ ਨੇ ਔਰ ਇਹਨਾਂ ਦਾ ਜਿਹੜਾ ਮਤਲਬ ਥੱਲੇ ਜਿਹੜਾ ਮਤਲਬ ਖਾਣ ਪੀਣ ਦਾ ਸਿਲਸਿਲਾ ਸੀ, ਯਾਨੀ ਕਿ ਉਦੋਂ ਇਹਨਾਂ ਨੇ ਕਿਚਨ ਵੀ ਬਣਾਏ ਸਨ। ਕਿ ਦੇਖੋ ਅੱਜ ਮੈਂ ਤੁਹਾਨੂੰ ਉਹ ਸਾਰਾ, ਨਾਜ਼ਰੀਨ ਅਕਲ ਦੰਗ ਰਹਿ ਜਾਂਦੀ। ਯਕੀਨ ਕਰੋ ਕਿ ਇਹ 100 ਸਾਲ ਤੋਂ ਵੀ ਜ਼ਿਆਦਾ, ਯਾਨੀ ਕਿ ਇਹਨਾਂ ਇਮਾਰਤਾਂ ਦੇ 100 ਸਾਲ ਤੋਂ ਵੀ ਜ਼ਿਆਦਾ ਇਮਾਰਤਾਂ ਔਰ ਇਹਨਾਂ ਦਾ ਮਟੀਰੀਅਲ, ਇਹਨਾਂ ਦੀਆਂ ਉਹ ਗੱਲਾਂ, ਉਹ ਬਾਤਾਂ ਅੱਜ ਮੈਂ ਤੁਹਾਨੂੰ ਦਿਖਾਵਾਂ। ਆਵੇ ਕਿਹੜੀ ਕਿਹੜੀ ਇੱਟ, ਇਹ ਦੇਖੋ ਇੱਟਾਂ ਉਖੜ ਤਾਂ ਗਈਆਂ। ਇਹ ਲੋਕਾਂ ਨੇ ਸਾਡੀ ਨਦਾਨੀ ਦੀ ਵਜ੍ਹਾ ਨਾਲ ਜਾਂ ਜਿਵੇਂ ਵੀ ਆ, ਅਗਰ ਦੇਖਭਾਲ ਨਹੀਂ ਕੀਤੀ, ਇਹ ਤੋੜ ਫੋੜ ਕੇ ਰੱਖ ਦਿੱਤਾ ਸਾਰਾ ਨਿਜ਼ਾਮ। ਦੇਖੋ ਸਾਰਾ ਹੀ ਰਕਬਾ ਜਿਹੜਾ ਹੈ ਇਹ ਇਸ ਬੰਗਲੇ ਦਾ ਹੈ, ਅਕੜਾ ਵਾਲਾ ਬੰਗਲਾ। ਇਹ ਬੜਾ ਕਦੀਮ ਬੰਗਲਾ ਹੈ। ਨਾਜ਼ਰੀਨ, ਇਹ ਦੇਖੋ ਇੱਟ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਏਡੀ ਏਡੀ ਇੱਟ ਤੁਸੀਂ ਅੱਜ ਤਾਈਂ ਕਿਤੇ ਦੇਖੀ ਨਹੀਂ ਹੋਏਗੀ। ਮੇਰਾ ਕੈਮਰਾਮੈਨ ਤੇ ਦਿਖਾਏ, ਆ ਦੇਖੋ ਕਿੱਡੀ ਚੌੜਾਈ, ਕਿੱਡੀ ਵੱਡੀ ਇੱਟ, ਔਰ ਇਹ 10 ਕਿਲੋ ਇਹਦਾ ਵਜ਼ਨ ਜੇ। ਯਕੀਨ ਕਰੋ ਇਹ ਜਿੱਥੇ ਇਹ ਇੱਟ ਲੱਗੀ ਹੋਈ ਹੈ। ਲਓ ਜੀ, ਹੁਣ ਤੁਹਾਨੂੰ ਜਿਹੜਾ ਉਹਨਾਂ ਦੇ ਕਿਚਨ ਤੇ ਲੈ ਕੇ ਚੱਲੇ ਆ ਜੀ। ਠੀਕ ਹੋ ਗਿਆ ਜੀ, ਇਹ ਕਿਚਨ ਹੈ ਜੀ ਅਗਲੇ ਬੰਨੇ। ਇਸ ਬੈਕ ਸਾਈਡ ਤੇ ਇਸ ਬੰਗਲੇ ਦੇ ਮਤਲਬ ਜਦੋਂ ਖਾਣੇ ਬਣਦੇ ਸਨ ਉਦੋਂ ਵੀ ਜਿਵੇਂ ਹੁਣ ਸਾਡੇ ਜਿਹੜੇ ਆ ਅਫਸਰਾਨੇ ਬਾਲਾ ਆਉਂਦੇ ਨੇ, ਅਫਸਰ ਆਉਂਦੇ ਨੇ, ਵਜ਼ੀਰ ਆਉਂਦੇ ਨੇ, ਸਫੀਰ ਆਉਂਦੇ ਨੇ, ਉਹਨਾਂ ਦੇ ਅੱਗੇ ਅੱਗੇ ਗੱਡੀਆਂ, ਉਹਨਾਂ ਦੇ ਅੱਗੇ ਅੱਗੇ ਸਾਰਾ ਕੁਝ ਹੁੰਦਾ ਸੀ। ਇਸੇ ਤਰ੍ਹਾਂ ਹੀ ਗੋਰਾ ਜਦੋਂ ਆਉਂਦਾ ਸੀ ਉਹਦੇ ਵਾਸਤੇ ਮੁਲਾਜ਼ਮੀਨ ਅੱਗੇ ਪਿੱਛੇ ਬਕਾਇਦਾ ਜਿਹੜਾ ਹੈ ਇਹ ਕੁਕਿੰਗ ਦਾ, ਇਹਦੇ ਪਿੱਛੇ ਇੱਕ, ਜਿੱਥੇ ਵੀ ਅਸੀਂ ਬੰਗਲੇ ਗਏ ਆ ਉਹਨੇ ਇੱਕ ਸਿਸਟਮ ਬਣਾਇਆ ਸੀ। ਆ ਦੇਖੋ ਅੱਜ ਤੇ ਜਿਹੜਾ ਹੈ ਇਹ ਹੁਣ ਬਾਰਿਸ਼ਾਂ ਜਾਂ ਦੇਖਭਾਲ ਨਾ ਹੋਣ ਦੀ ਵਜ੍ਹਾ ਇਹ ਜਿਹੜਾ ਹੈ ਭੂਤ ਬੰਗਲਾ ਹੀ ਬੰਗਲਾ ਬਣ ਗਿਆ। ਹੁਣ ਏਕੜਾਂ ਵਾਲਾ ਬੰਗਲਾ ਤਾਂ ਨਾ ਰਿਹਾ, ਇਹ ਭੂਤ ਬੰਗਲਾ ਬਣ ਚੁੱਕਿਆ। ਲੇਕਿਨ ਨਾਜ਼ਰੀਨ ਦੇਖੋ, ਅਸੀਂ ਜਿਹੜਾ ਹੈ ਤੁਹਾਨੂੰ ਹਰ ਚੀਜ਼ ਐਕੂਰੇਟ ਦਿਖਾਣੀ ਹੈ। ਇਹ ਨਹੀਂ ਕਿ ਤਸਵੀਰਾਂ ਕਿਸੇ ਪਾਸੇ ਦੀਆਂ ਤੇ ਚੀਜ਼ਾਂ ਕਿਸੇ ਪਾਸੇ ਦੀਆਂ। ਇਨਸਾਨ ਨੂੰ ਆਪਣੀ ਤਾਰੀਖ ਉਹ ਯਾਦ ਕਰਕੇ ਕਿ ਉਹ ਕੈਸੇ ਲੋਕ ਸਨ। ਇਹ ਦੇਖੋ ਗਾਰਡਰ ਔਰ ਉਹਨਾਂ ਦੀ ਹਰ ਚੀਜ਼ ਇਹ ਦੇਖੋ ਅੱਜ ਵੀ ਲੱਗੀ ਹੋਈ ਹੈ। ਇਹ ਵੱਖਰੀ ਗੱਲ ਆ, ਸਾਡੀਆਂ ਹਕੂਮਤਾਂ ਨੇ, ਸਾਡੀ ਗੌਰਮੈਂਟ ਨੇ ਇਹਨਾਂ ਨੂੰ ਯਾਨੀ ਕਿ ਬਣਾਇਆ ਨਹੀਂ, ਸੰਵਾਰਿਆ ਨਹੀਂ, ਦੇਖਭਾਲ ਨਹੀਂ ਕੀਤੀ। ਇਹ ਐਡਾ ਖੂਬਸੂਰਤ ਇਹ ਬੰਗਲਾ ਕਈ ਏਕੜ ਤੇ ਮੁਹੀਤ ਆ ਔਰ ਇਹਦੇ ਇਰਦ ਗਿਰਦ ਇੰਨਾ ਸਬਜ਼ਾ ਹੈ, ਏਡੇ ਏਡੇ ਦਰਖਤ। ਇਹ ਨਾਜ਼ਰੀਨ ਕਿਚਨ ਸੀ। ਇਹ ਜਿਹੜਾ ਮੈਂ ਤੁਹਾਨੂੰ ਅੰਦਰੋਂ ਵੀ ਤੁਹਾਨੂੰ ਕਿਚਨ ਦਿਖਾਣਾ ਜੀ। ਆਓ ਦੇਖੋ ਜੀ, ਇਹ ਦੇਖੋ ਇੱਥੇ ਜਿਹੜਾ ਖਾਣੇ ਛਾਣੇ ਪੱਕ ਕੇ, ਆ ਵੇਖੋ ਅੰਦਰ ਖਾਣੇ ਛਾਣੇ ਅੱਜ ਵੀ, ਯਾਨੀ ਕਿ ਛੱਤਾਂ ਦੇ ਵਿੱਚ ਐਸੀ ਨਹੀਂ ਗੱਲ ਕਿ ਬਿਲਕੁਲ ਵੀ ਜਿਹੜਾ ਹੈ ਇਹ ਚੋਂਦੀਆਂ ਹੋਣਗੀਆਂ, ਪਤਾ ਨਹੀਂ ਕਿਸ ਆ ਦੇਖੋ ਐਡੀ ਐਡੀ ਇੱਟ ਲੱਗੀ ਹੋਈ ਹੈ। ਦੇਖੋ
कैसा निज़ाम सी किवें 100 साल तो ज़्यादा हो गया है ਉਹਨਾਂ ਨੂੰ ਗਿਆ ਨੂੰ। ਇਹ ਦੇਖੋ ਮੈਂ ਤੁਹਾਨੂੰ ਹੁਣ ਬੈਕ ਸਾਈਡ ਤੇ ਕਿਚਨ ਸੀ ਦਿਖਾਇਆ, ਬੈਕ ਸਾਈਡ ਤੇ ਜਿਹੜੇ ਆਪਣੇ ਜਿਹੜੇ ਮੁਤਲਕਾ ਜਿਹੜੇ ਉਹਨਾਂ ਦੇ ਬੰਦੇ ਸਨ, ਬੇਲਦਾਰ, ਪਾਣੀ ਛਿੜਕਾਓ ਤਰਕਾਓ ਵਾਲੇ, ਉਸ ਤੋਂ ਬਾਅਦ ਕਈ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਵੀ ਰਿਹਾਇਸ਼ਾਂ ਬਣਾ ਕੇ ਦਿੱਤੀਆਂ, ਬਕਾਇਦਾ ਕਲੋਨੀ ਆ। ਇਹ ਗੋਰੇ ਦੇ ਵਕਤਾਂ ਦੇ ਵਿੱਚ ਗੋਰਾ ਚਲਾ ਗਿਆ, ਉਸ ਤੋਂ ਬਾਅਦ ਉਹ ਲੋਕ ਮਰ ਖੱਪ ਗਏ। ਇਹਨੂੰ ਸਿਸਟਮ ਨੂੰ ਅੱਗੇ ਅਸੀਂ ਪਾਕਿਸਤਾਨ ਹਕੂਮਤ ਨੇ ਇਹਨਾਂ ਤੇ ਦੇਖਭਾਲ ਹੀ ਨਹੀਂ ਕੀਤੀ। ਇਹ ਦੇਖੋ ਮਸਜਿਦ ਅੱਲਾਹ ਪਾਕ ਦੇ ਘਰ, ਉਦੋਂ ਅੱਛੇ ਲੋਕ ਜਿਹੜੇ ਸਨ ਅੱਲਾਹ ਪਾਕ ਨੂੰ ਯਾਦ ਕਰਦੇ ਸਨ, ਅੱਲਾਹ ਪਾਕ ਨੂੰ, ਯਾਨੀ ਕਿ ਉਹ ਇਹ ਨਹੀਂ ਹੈਗਾ ਕਿ ਉਦੋਂ ਵੀ ਮੁਸਲਮਾਨ ਕੋਈ ਨਹੀਂ ਸੀ, ਮੁਸਲਮਾਨ ਹੈਗੇ ਸਨ, ਠੀਕ ਹੈ ਜੀ, ਮੁਸਲਮਾਨ ਉਦੋਂ ਵੀ ਹੈਗੇ ਸਨ, ਲੇਕਿਨ ਉਹਨਾਂ ਨੇ ਛੋਟਾ ਜਿਹਾ ਆਪਣੀ ਇਸ ਕਲੋਨੀ ਦੇ ਵਿੱਚ ਅੱਲਾਹ ਪਾਕ ਦਾ ਘਰ ਬਣਾਇਆ ਹੋਇਆ ਸੀ। ਇਹ ਦੇਖੋ ਉਸੇ ਤਰ੍ਹਾਂ ਹੀ, ਯਾਨੀ ਕਿ ਆ ਮੀਨਾਰ ਨੇ ਛੋਟੇ ਛੋਟੇ, ਉਸੇ ਤਰ੍ਹਾਂ ਹੀ ਸਾਰਾ ਕੁਛ ਇਹ ਮਸਜਿਦਾਂ ਦੇ ਵਿੱਚ ਜ਼ਿਕਰ ਤੇ ਫਿਕਰ ਉਦੋਂ ਵੀ ਹੁੰਦਾ ਸੀ। ਲੇਕਿਨ ਅੱਜ ਜਿਹੜਾ ਹੈ ਇੱਥੇ ਨਾ ਕੋਈ ਬੰਦਾ ਆਸ-ਪਾਸ, ਨਾਜ਼ਰੀਨ, ਕੋਈ ਬੰਦਾ ਬਸ਼ਰ ਹੀ ਨਹੀਂ ਹੈਗਾ। ਨਮਾਜ਼ ਕਿੰਨੇ ਪੜ੍ਹਨੀ। ਇਹ ਦੇਖੋ ਮਸੱਲਾ ਇੱਕ ਪਿਆ ਹੋਇਆ, ਲੇਕਿਨ ਇੱਥੇ ਨਾ ਕੋਈ ਨਮਾਜ਼ ਨਾ ਕੋਈ ਪੜ੍ਹਨ ਵਾਲਾ। ਆ ਦੇਖੋ ਮਸਜਿਦ ਬਣਾਈ ਪਈ ਹੈ, ਲੇਕਿਨ ਇੱਥੇ ਉਜਾੜੇ ਪਏ ਨੇ, ਇਹਦੀ ਨਾ ਕੋਈ ਦੇਖ ਨਾ ਕੋਈ ਬਾਲ ਕਰਨ ਵਾਲਾ। ਇਹ ਮਸਜਿਦ ਵੇਖ ਉਹ ਵੀਰਾਨੀ ਪਈ ਹੈ। ਮੈਂ ਸਮਝਣਾ ਕਿ ਇੱਥੇ ਕਿਸੇ ਨੇ ਮੁੜ ਕੇ ਉਸ ਤੋਂ ਬਾਅਦ ਇੱਥੇ ਮਸਜਿਦ ਹੀ ਨਮਾਜ਼ ਹੀ ਨਹੀਂ ਪੜ੍ਹੀ। ਆ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ ਜੀ, ਇਹ ਦੇਖੋ ਕੁਰਾਨੇ ਪਾਕ ਦੇ ਨੁਸਖੇ ਜ਼ਰੂਰ ਪਏ ਹੋਏ ਨੇ, ਲੇਕਿਨ ਇੱਥੇ ਮੈਂ ਕਾਫੀ ਦੇਰ ਖੜਾ ਰਿਹਾ। ਅਵਾਮਲ ਨਾਸ ਦਾ ਆਣਾ ਜਾਣਾ ਹੀ ਕੋਈ ਨਹੀਂ। ਇੱਥੇ ਛੋਟੀ ਜੀ ਨਹਿਰ ਆ, ਇਹ ਬੰਗਲਾ ਕਈ ਯਾਨੀ ਕਿ ਏਕੜ ਤੇ ਮਹੀਤ ਆ। ਇਹ ਦੇਖੋ ਉਹ ਲੋਕ ਮਰ ਗਏ ਜਿਹੜੇ ਆਬਾਦਤਾਂ ਕਰਦੇ ਹੋਣਗੇ, ਲੇਕਿਨ ਉਹ ਚਲੇ ਗਏ, ਆਪਣੇ ਨਾਲ ਹੀ ਸਾਰਾ ਕੁਝ ਲੈ ਗਏ। ਉਸ ਤੋਂ ਬਾਅਦ ਕਿਸੇ ਨੇ ਇਹਦੀ ਦੇਖਭਾਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹਾਲਾਂਕਿ ਇੱਥੇ ਜ਼ਾਹਿਰਾ ਆ ਜਿਹੜੀ ਖੇਤੀਬਾੜੀ ਔਰ ਇੱਥੇ ਜਿਹੜਾ ਸਾਰਾ ਨਿਜ਼ਾਮ ਹੈਗਾ, ਇੱਥੇ ਕੋਈ ਲੋਕ ਜਿਹੜੇ ਖੇਤੀਬਾੜੀ ਕੇ ਉਹਨਾਂ ਨੇ ਵੀ ਕਦੀ ਆ ਕੇ ਇਹ ਨਹੀਂ ਸੋਚਿਆ ਕਿ ਇਹ ਅੱਲਾਹ ਪਾਕ ਦੇ ਘਰ ਨੂੰ, ਯਾਨੀ ਕਿ ਅਸੀਂ ਆਪਣਾ ਜਿਹੜਾ ਹੈ ਇਹਨੂੰ ਕਿਸੇ ਨੇ ਬਣਾਇਆ। ਮੁਸਲਮਾਨ ਸਾਡੇ ਭਾਈ ਬਣਾ ਕੇ ਚਲੇ ਗਏ, ਉਹ ਵੀ ਮਰ ਖੱਪ ਗਏ, ਉਹਨਾਂ ਦੀਆਂ ਨਸਲਾਂ ਮਰ ਗਈਆਂ। ਜਿਹੜੇ ਅੰਗਰੇਜ਼ਾਂ ਦੇ ਨਾਲ ਰਹਿੰਦੇ ਸਨ ਜੀ, ਅਸੀਂ ਇਹਨੂੰ ਆਬਾਦ ਹੀ ਕਰ ਦਈਏ। ਕੋਈ ਚਾਰ ਕਾਰ ਇਰਦ ਗਿਰਦ ਹੈਗੇ ਵੀ ਨੇ, ਉਹ ਲੋਕ ਇੱਥੇ ਆ ਕੇ ਨਮਾਜ਼ ਪੜ੍ਹ ਸਕਦੇ ਨੇ, ਜਾਂ ਅੱਲਾਹ ਪਾਕ ਦੇ ਘਰ ਨੂੰ ਵੀ ਆਬਾਦ ਕਰ ਲਈਏ। ਅੱਜ ਜਿਹੜਾ ਜੋ ਜ਼ਮਾਨਾ ਆ ਗਿਆ ਅੱਲਾਹ ਪਾਕ ਦੇ ਘਰ ਤੋਂ, ਆ ਦੇਖੋ ਉਸੇ ਤਰ੍ਹਾਂ ਹੀ ਆ ਦੇਖੋ ਜਿਵੇਂ ਉੱਥੇ ਇੱਟ ਲੱਗੀ ਐਵੇਂ ਹੀ ਇਹ ਮਸਜਿਦ ਦੇ ਵਿੱਚ ਇੱਟਾਂ ਲੱਗੀਆਂ। ਬਕਾਇਦਾ ਜਿਹੜੇ ਇਸ ਕਲੋਨੀ ਦੇ ਵਿੱਚ, ਅੱਜ ਤੁਹਾਨੂੰ ਇਸ ਕਲੋਨੀ ਦੇ ਵਿੱਚ ਤੇ ਇਹ ਅਕੜਾਂ ਵਾਲਾ ਬੰਗਲਾ ਦਿਖਾਇਆ ਜਾ ਰਿਹਾ ਜੀ। ਮਸਜਿਦ ਬਕਾਇਦਾ ਜਿਹੜੀ ਕਿ ਜਿੱਥੇ ਜਿੱਥੇ ਬੰਗਲਾ ਨਾ ਜੀ, ਨਾਲ ਨਾਲ ਤੁਹਾਨੂੰ ਅਸੀਂ ਮਸਜਿਦ ਵੀ ਦਿਖਾਣੇ। ਇਹ ਨਹੀਂ ਹੈਗਾ ਕਿ ਉਦੋਂ ਜਿਹੜਾ ਹੈ ਸਾਰੇ ਅੰਗਰੇਜ਼ ਸਨ ਤੇ ਮੁਸਲਮਾਨ ਉਹਨਾਂ ਦੇ ਥੱਲੇ ਹੈਗੇ ਸੀ, ਮੁਲਾਜ਼ਮ, ਛੋਟਾ ਤਬਕਾ ਕਿ ਨਮਾਜ਼ ਨਹੀਂ ਸੀ ਪੜ੍ਹਦੇ। ਉਹਨਾਂ ਨੇ ਆਪਣਾ ਬਕਾਇਦਾ ਇੱਕ ਸਟਰਕਚਰ ਬਣਾਇਆ ਹੋਇਆ ਸੀ। ਤੇ ਮੇਰਾ ਕੈਮਰਾਮੈਨ ਦੇਖੋ ਜੀ, ਇੱਧਰ ਨੂੰ ਮੈਂ ਹੁਣ ਦਿਖਾਣਾ, ਜ਼ਰਾ ਦੂਰ ਤੋਂ ਨਹੀਂ ਮੇਰੇ ਕੋਲ ਜਾਣਾ। ਉਹ ਦੇਖੋ ਜੀ ਇਹ ਕਲੋਨੀਆਂ, ਉਹ ਕਲੋਨੀ, ਉਹ ਦੇਖੋ ਇਹ ਕਲੋਨੀ, ਉਹ ਵੀ ਕਿਸੇ ਦਾ ਘਰ ਹੈ। ਉਹ ਦੇਖੋ ਜਿਹੜਾ ਅੱਜ ਉਹ ਸਾਹਮਣੇ, ਉਹ ਵੀ ਕਿਸੇ ਯਾਨੀ ਕਹਿੰਦਾ ਸਾਡਾ ਘਰ ਹੈ। ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਕੈਮਰਾਮੈਨ। ਹੁਣ ਤੁਹਾਨੂੰ ਰਿਹਾਇਸ਼ਾਂ ਤੇ ਲੈ ਕੇ ਜਾ ਰਹੇ ਹਾਂ। ਇੱਦਾਂ ਹੀ ਇਹ ਕਲੋਨੀ ਦੇ ਬਹੁਤ ਸਾਰੇ ਘਰ ਆ ਜਿਹੜੇ ਅੱਜ ਬੰਜਰ ਹੋ ਗਏ, ਲੋਕ ਮਰ ਗਏ। ਇਹ ਛੱਤਾਂ ਹਨੇਰੀਆਂ ਦੇ ਨਾਲ, ਤੂਫਾਨਾਂ ਦੇ ਨਾਲ ਇਹ ਡਿੱਗ ਪਈਆਂ। ਇੱਥੇ ਕਦੀ ਵੀ ਹਕੂਮਤ ਦਾ ਕੋਈ ਨੁਮਾਇੰਦਾ ਹੀ ਨਹੀਂ ਆਇਆ ਕਿ ਜਿਹੜਾ ਇਹਨੂੰ, ਇਸ ਵਿਰਸੇ ਨੂੰ, ਇਹ ਏਡੀ ਪੁਰਾਣੀ ਬਿਲਡਿੰਗ ਨੂੰ, ਨਾਜ਼ਰੀਨ ਦੇਖੋ ਕਿਤੇ ਵੀ ਜਾਈਦਾ ਤੁਹਾਨੂੰ ਆ ਦੇਖੋ ਇੱਟ ਦੇਖੋ, ਏਡੀ 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 ਇੱਟ ਲੱਗੀ ਏ। ਬਰਤਾਨੀਆ ਯਾਨੀ ਕਿ ਅੰਗਰੇਜ਼ ਜਿਹੜਾ ਸੀ, ਦੇਖੋ ਏਡੀ ਏਡੀ ਇੱਟ ਅੱਜ ਵੀ ਅਸਲੀ ਹਾਲਤ ਦੇ ਵਿੱਚ ਪਈ ਹੋਈ ਹੈ। ਔਰ ਦੇਖੋ ਏਡੀ ਏਡੀ ਹੁੰਦੀ ਇੱਟਾਂ ਦੀ ਚਨਾਈ, ਟੈਲ ਏਡੀ ਏਡੀ ਹੈ ਕਿ ਚੁੱਕੀ ਨਹੀਂ ਜਾਂਦੀ, ਇੰਨਾ ਵਜ਼ਨ। ਔਰ ਦੇਖੋ ਇਹ ਦੇਖੋ ਇੱਟ ਦੇਖੋ, ਨਾਜ਼ਰੀਨ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ। ਐਡੀ ਐਡੀ ਲੰਮੀ ਇੱਟ, ਇਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਉਦੋਂ ਕੈਸਾ ਮਟੀਰੀਅਲ ਸੀ, ਕੈਸੀ ਇਹਦੀ ਚੁਣਾਈ ਸੀ, ਕੈਸੀ ਇੱਟਾਂ ਦੀ ਇਹ ਕਰਦੇ ਸਨ। ਐਡੀ ਐਡੀ ਇੱਟ ਜੀ ਨਾਜ਼ਰੀਨ। ਹੁਣ ਅੱਗੇ ਤੁਹਾਨੂੰ ਆ ਸਾਰਾ ਜਿਹੜਾ ਉਹ ਗੋਰੇ ਨੇ ਬੱਚਿਆਂ ਵਾਸਤੇ ਜਿਹੜੇ ਮੁਲਾਜ਼ਮੀਨ ਹੈਗੇ ਸਨ, ਉਹਨਾਂ ਨੂੰ ਇਹ ਕਮਰੇ, ਇਹ ਕੋਠੇ, ਇਹ ਬਣਾ ਕੇ ਸਾਰਾ ਕੁਝ ਦਿੱਤਾ ਹੋਇਆ ਸੀ। ਮੇਰਾ ਕੈਮਰਾ ਹੁਣ ਆਵੇ ਤੇ ਇਹ ਜਿਹੜਾ ਤੂਫਾਨ ਜਾਂ ਕਿਤੇ ਕੋਈ ਜ਼ਿਆਦਾ ਬਾਰਿਸ਼ਾਂ ਦੇ ਨਾਲ, ਜਾਂ ਲੋਕ ਇੱਥੋਂ ਇੱਟਾਂ ਵੀ ਪੁੱਟ ਕੇ ਲੈ ਗਏ ਨੇ, ਬਾਰੀਆਂ, ਵਿੰਡੋ, ਉਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ, ਵਿੰਡੋ ਅੱਜ ਵੀ ਅਸਲੀ ਹਾਲਤ ਦੇ ਵਿੱਚ ਖੜੀਆਂ ਨੇ। ਕੁਛ ਲੋਕ ਪੁੱਟ ਕੇ ਲੈ ਗਏ, ਕੁਛ ਇੱਥੇ ਇੱਟਾਂ ਲੈ ਗਏ ਨੇ।
ਤੇ ਇਹ ਦੇਖੋ ਛੱਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਹੀ ਹੈਗੀਆਂ ਨੇ। ਇਹ ਦੇਖੋ ਬਕਾਇਦਾ ਜਿਹੜਾ ਇੱਥੇ ਸਾਡੇ ਲੋਕ ਜਿਹੜੇ ਮਤਹਿਤ ਉਹਨਾਂ ਦੇ ਹੈਗੇ ਸਨ, ਬਕਾਇਦਾ ਅਮਲਾ ਸੀ, ਅਮਲਾ ਰਹਿੰਦਾ ਸੀ। ਇਹ ਦੇਖੋ ਉਸੇ ਤਰ੍ਹਾਂ ਹੀ ਗਾਰਡਨ ਹੈ, ਇਹ ਛੱਤਾਂ, ਇਹ ਵਿੰਡੋ ਜਿਹੜੀਆਂ ਬਿਆਰ ਦੀਆਂ ਵਿੰਡੋ ਨੇ, ਬਿਆਰ ਦੇ ਇਹ ਜਿਹੜੇ ਦਰਵਾਜ਼ੇ ਨੇ, ਇਹ ਲੋਕ ਉੱਥੇ ਰਹਿੰਦੇ ਸਨ। ਸਾਡੇ ਜਿਹੇ ਭਾਈ ਸਨ ਜਿਹੜੇ ਨਾਲ ਇਹਨਾਂ ਦੇ ਰਹਿੰਦੇ ਸਨ। ਜਦੋਂ ਗੋਰਾ ਆਉਂਦਾ ਸੀ ਇਹਦੇ ਨਾਲ ਕਾਰਵਾਂ ਦੇ ਕਾਰਵਾਂ ਘੋੜਿਆਂ ਦੇ ਉੱਤੇ ਹੁੰਦੇ ਸਨ। ਇਹ ਦੇਖੋ ਇਹ ਸੇਨ ਬਾਹਰ ਨੂੰ, ਇਹ ਕਮਰੇ, ਇਹ ਦੇਖੋ ਇਹ ਜਿਹੜੇ ਸਨ ਇਹ ਛੋਟੇ ਛੋਟੇ ਕਮਰੇ, ਛੋਟੀਆਂ ਛੋਟੀਆਂ ਰੈਸ਼ਾਂ। ਲਓ ਜੀ ਅਗਲੀਆਂ ਰੈਸ਼ਾਂ ਤੇ ਮੈਂ ਦਿਖਾਉਣਾ। ਇਹ ਰੈਸ਼ਾਂ ਜਿਹੜੀਆਂ ਸੀ ਅੱਗੇ ਜਿਹੜੇ ਅਫਸਰਾਨ ਸਾਡੇ ਹੈਗੇ ਸਨ ਉਹਨਾਂ ਦੇ ਮਤਹਿਤ ਜਿਹੜੇ ਇਹਨੂੰ ਚਲਾਉਂਦੇ ਸੀ, ਪੂਰੇ ਸਿਸਟਮ ਨੂੰ ਚਲਾਉਂਦੇ ਸਨ, ਇਹ ਉਹਨਾਂ ਦੀਆਂ ਰੈਸ਼ਾਂ ਨੇ ਜੀ, ਜਿਨ੍ਹਾਂ ਦਾ ਤੁਹਾਨੂੰ ਵਿਜ਼ਿਟ ਕਰਾਇਆ ਜਾ ਰਿਹਾ। ਨਾਜ਼ਰੀਨ ਤੁਹਾਨੂੰ ਬੜਾ ਅੱਜ ਮਜ਼ਾ ਆਏਗਾ। ਔਰ ਸਭ ਤੋਂ ਮੇਨ ਚੀਜ਼ ਹੈ ਕਿ ਇੱਥੇ ਇਹ ਜਿਹੜੇ ਅੱਜ ਬੰਗਲੇ ਤੇ ਅਸੀਂ ਆਏ ਹਾਂ, ਅਵਾਮਨ ਨਾਸ ਦਾ ਦੂਰ ਦੂਰ ਤੱਕ ਆਣਾ ਜਾਣਾ ਨਹੀਂ, ਯਾਨੀ ਕਿ ਇੱਥੇ ਕੋਈ ਬੰਦੇ ਦਾ ਵੀ ਆਣਾ ਜਾਣਾ ਨਹੀਂ ਹੈਗਾ। ਅੱਜ ਜਿੱਥੇ ਅਸੀਂ ਆ ਗਏ ਦੇਖੋ ਜੀ, ਉਹ ਚਲੇ ਗਏ ਉਹਨਾਂ ਦੇ ਹੱਥ ਦੇ, ਉਹ ਚਲੇ ਗਏ ਉਹਨਾਂ ਦੇ ਹੱਥ ਦੀਆਂ ਕੁੰਡੀਆਂ ਜਿਹੜੀਆਂ ਨੇ। ਇਹ ਦੇਖੋ ਜੀ ਗੋਰੇ 100 ਸਾਲ ਤੋਂ ਜ਼ਿਆਦਾ ਚਲੇ ਗਏ ਹੋ ਕੇ ਉਹਨਾਂ ਦੇ ਹੱਥ ਦੀਆਂ ਕੁੰਡੀਆਂ ਲੱਗੀਆਂ ਪਈਆਂ। ਉਹਨਾਂ ਦੇ ਬਿਆਰ ਦੇ ਇਹ ਦੇਖੋ ਤਖਤੇ, ਜਿਹਨੂੰ ਕਹਿੰਦੇ ਦਰਵਾਜ਼ਾ, ਇਹਨੂੰ ਕਹਿੰਦੇ ਬਾਬ, ਅੱਜ ਵੀ ਅਸਲ ਹਾਲਤ ਦੇ ਵਿੱਚ ਖੜੇ, ਕਿਤੇ ਵੀ ਕੋਨੇ ਨੂੰ ਨਹੀਂ ਲੱਗਾ। ਆਓ ਜੀ ਨਾਜ਼ਰੀਨ ਤੁਹਾਨੂੰ ਹੁਣ ਅੰਦਰ ਦੀਆਂ ਰੈਸ਼ਾਂ ਜਿਹੜੇ ਸਾਡੇ ਮੁਸਲਮਾਨ ਭਾਈ ਜਾਂ ਜਿਹੜੇ ਉਹਦੇ ਮਤਹਿਤ ਅਮਲਾ ਹੈਗਾ ਸੀ ਇਹਨਾਂ ਜਗ੍ਹਾ ਦੇ ਰਹਿੰਦੇ ਸਨ। ਨਾਜ਼ਰੀਨ ਇਹਦੀ ਸੂਰਤ ਹਾਲ ਹੁਣ ਵੀ ਤੁਹਾਨੂੰ ਛੱਤ ਦੀ ਉੱਤੇ ਦਿਖਾਏਗਾ ਮੇਰਾ ਕੈਮਰਾਮੈਨ, ਤੁਹਾਨੂੰ ਸਾਰਾ ਵਿਜ਼ਿਟ ਕਰਾਇਆ ਜਾ ਰਿਹਾ। ਇਹ ਰੈਸ਼ਾਂ ਸਨ ਜਿਹੜੀਆਂ ਮਤਹਿਤ ਅਮਲੇ ਨੂੰ ਇਹਨਾਂ ਨੇ ਦਿੱਤੀਆਂ ਹੋਈਆਂ ਸਨ। ਔਰ ਬੈਕ ਸਾਈਡ ਬੜੀ ਖੂਬਸੂਰਤ ਹੈ, ਉਦੋਂ ਬਿਜਲੀ ਕੁਛ ਵੀ ਇਹ ਕੁਛ ਨਹੀਂ ਸੀ ਹੁੰਦਾ। ਲੇਕਿਨ ਆ ਵੇਖੋ ਨਾ, ਖਾਣ ਪੀਣ ਵਾਸਤੇ ਕਿਚਨ ਵੀ ਬਣਾਇਆ ਸੀ। ਇਹ ਦੇਖੋ ਉਹ ਛੋਟਾ ਜਿਹਾ ਕਿਚਨ ਹੈ, ਇਹ ਕਿਚਨ ਵਗੈਰਾ ਯਾਨੀ ਕਿ ਬਣਾ ਕੇ, ਇਹ ਵਿੰਡੋ ਵੈਂਟੀਲੇਸ਼ਨ ਯਾਨੀ ਕਿ ਹਵਾ ਵਾਸਤੇ। ਉਸ ਤੋਂ ਬਾਅਦ ਆ ਬਾਹਰਲੀ ਸਾਈਡ ਹੈ ਜੀ, ਯਾਨੀ ਕਿ ਸੇਨ ਦੇ ਵਿੱਚ ਲੋਕ ਉਦੋਂ ਬੈਠਦੇ ਸਨ। ਸਾਰਾ ਹੀ ਨਿਜ਼ਾਮ ਸਨ। ਇਹ 100 ਸਾਲ ਤੋਂ ਪਹਿਲੇ ਦਾ ਇਹ ਨਿਜ਼ਾਮ ਹੈ ਜੀ, 100 ਸਾਲ ਤੋਂ ਪਹਿਲੇ ਦਾ। ਆ ਦੇਖੋ ਆ ਕਮਰੇ ਜਿਹੜੇ ਨੇ ਹੁਣ ਦੇਖੋ ਟੂਟ ਪੂਟ ਦਾ ਸ਼ਿਕਾਰ ਹੋ ਗਏ ਨੇ, ਟੁੱਟ ਗਏ ਨੇ। ਜ਼ਾਹਿਰਾ 100 ਸਾਲ ਤੋਂ ਵੀ ਉੱਤੇ ਇਹਨੂੰ ਅਰਸਾ ਹੋ ਗਿਆ। ਤੇ ਨਾਜ਼ਰੀਨ ਫਿਰ ਜਦੋਂ ਜਿਸ ਘਰ ਦੇ ਵਿੱਚ ਸਫਾਈ ਨਾ ਹੋਵੇ ਉੱਥੇ ਉਜਾੜੇ ਪੈ ਜਾਂਦੇ ਨੇ। ਇਹ ਤੇ ਫਿਰ 100 ਸਾਲ ਤੋਂ ਅਰਸਾ ਦਰਾਜ਼ ਹੋ ਗਿਆ। ਲਓ ਨਾਜ਼ਰੀਨ ਮੈਂ ਇਹਦੀ ਜਿਹੜੀ ਹੈ ਇਹ ਰੈਸ਼ਾਂ ਸਨ, ਇਹਦੀ ਜ਼ਰਾ ਹੁਣ ਛੱਤ ਦੇ ਉੱਤੇ ਜਾਣਾ ਪਿਆ। ਮੇਰਾ ਕੈਮਰਾਮੈਨ ਮੇਰੇ ਨਾਲ ਆਵੇ ਤੇ ਅਸੀਂ ਜਿਹੜਾ ਹੈ ਇਹ ਵੀ ਤੁਹਾਨੂੰ ਅੱਜ ਜਿਹੜੀ ਹੈ ਦਿਖਾ ਦੇਣੀ। ਇਹ ਮੈਂ ਨਾ ਨਾਜ਼ਰੀਨ ਉਸ ਜਗ੍ਹਾ ਤੇ ਜਾ ਰਿਹਾ ਉੱਪਰ, ਉਹ ਤੇ ਬੰਗਲਾ ਸੀ। ਮੈਂ ਉਸ ਜਗ੍ਹਾ ਤੇ ਜਿੱਥੇ ਇਹ ਰੈਸ਼ਾਂ ਦਿੱਤੀਆਂ ਸਨ, ਯਾਨੀ ਕਿ ਨਾ ਉਤੋਂ ਆ ਪਿੱਛੇ ਸਾਰੇ ਆ ਤੁਹਾਨੂੰ ਰੈਸ਼ਾਂ ਦਿਖਾਉਂਦੇ ਆ। ਇਹ ਰੈਸ਼ਾਂ ਦਿੱਤੀਆਂ ਸੀ ਮੁਲਾਜ਼ਮਾਂ ਨੂੰ, ਉਹ ਮੈਂ ਤੁਹਾਨੂੰ ਵਿਜ਼ਿਟ ਕਰਾਇਆ ਬੰਗਲੇ ਦਾ। ਇਹ ਰੈਸ਼ਾਂ ਸੀ ਮੁਲਾਜ਼ਮੀਨਾਂ ਵਾਸਤੇ, ਮੁਲਾਜ਼ਮਾਂ ਵਾਸਤੇ, ਠੀਕ ਹੈ ਜੀ। ਇਹ ਉੱਪਰ ਉੱਥੇ ਆ ਗਏ ਆ। ਕਾਦਾਵਰ ਦਰਖਤ ਇਰਦ ਗਿਰਦ, ਆ ਦੇਖੋ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ ਇਹ ਸਾਈਡ ਤੇ। ਆ ਦੇਖੋ ਉਹ ਬੰਗਲਾ, ਉਹਦੇ ਮਗਰ ਕਿਚਨ, ਕਿਚਨ ਤੋਂ ਬਾਅਦ ਆ ਦੇਖੋ ਇਹ ਰੈਸ਼ਾਂ ਨੇ ਬਕਾਇਦਾ, ਜਿਵੇਂ ਹੁਣ ਸਾਡਾ ਨਿਜ਼ਾਮ ਹੈ ਬਕਾਇਦਾ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਇਹ ਪਰਦੇ ਕੀਤੇ ਜਾਂਦੇ ਸਨ, ਜਿਹੜੇ ਅਸੀਂ ਹੁਣ ਵੀ ਕਰਦੇ ਹਾਂ। ਇਹ ਪਰਦੇ ਨੇ। ਉਸ ਤੋਂ ਬਾਅਦ ਅੱਗੇ ਵੀ ਰੈਸ਼ ਹੈ, ਇਹ ਰੈਸ਼ ਹੈ। ਉਸ ਤੋਂ ਬਾਅਦ ਆ ਅਗਲੇ ਬੰਨੇ ਰੈਸ਼ ਆ। ਮੇਰਾ ਕੈਮਰਾਮੈਨ ਨਾਲ ਨਾਲ ਤੁਹਾਨੂੰ ਹਰ ਸ਼ਾਇਦ ਦਿਖਾਉਂਦਾ ਪਿਆ। ਨਾਜ਼ਰੀਨ ਇਹ ਜਦੋਂ ਬੈਠਦੇ ਸਨ, ਬੈਠ ਕੇ ਆਪਣੇ ਇੱਥੋਂ ਦੇ ਨਿਜ਼ਾਮ। ਔਰ ਉਸ ਤੋਂ ਬਾਅਦ ਉਹ ਮੇਰੇ ਨਾ ਇੱਕ ਹੋਰ ਜਿਹੜੀ ਰੈਸ਼ ਆ, ਉਹ ਦੇਖੋ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਜੀ। ਇਹ ਕੋਠੇ ਦੇ ਉੱਤੇ ਤੋਂ ਯਾਨੀ ਕਿ ਨਾ ਜਾਣਾ ਹੁਣ ਬਹੁਤ ਮੁਸ਼ਕਿਲ ਹੈ। ਉਹ ਦੇਖੋ ਇੱਦਾਂ ਨੇ ਨਾ ਰੈਸ਼ਾਂ ਬਣਾਈਆਂ ਸੀ, ਬਕਾਇਦਾ ਇੱਕ ਕਲੋਨੀ ਸੀ। ਗੋਰੇ ਨੇ ਉਦੋਂ ਤਾਂ ਜਦੋਂ ਤੱਕ ਗਿਆ, ਇਹ ਦੇਖੋ ਖੰਡਰਾਤ ਬਣ ਗਏ ਨੇ। ਅਗਰ ਇਸੇ ਵਿਰਸੇ ਨੂੰ ਗੌਰਮੈਂਟ ਆਪਣੇ ਕੰਟਰੋਲ 'ਚ ਲਵੇ, ਅੱਜ ਇੱਥੇ ਹੋਰ ਵੀ ਮੁਸਲਮਾਨ ਆਬਾਦ ਹੋ ਸਕਦੇ ਨੇ। ਇੱਥੇ ਮੁਲਾਜ਼ਮ ਰੱਖੇ ਜਾਣ, ਇੱਥੋਂ ਦੀ ਦੇਖਭਾਲ ਕੀਤੀ ਜਾਵੇ, ਇੱਥੇ ਲੋਕ ਆਬਾਦ ਹੋ ਸਕਦੇ ਨੇ ਜਿਹੜੇ ਅੱਜ ਆਪਣੀ ਛੱਤ ਤੋਂ ਤਰਸਦੇ ਪਏ ਨੇ। ਇਹਨਾਂ ਨੂੰ ਰੈਨੋਵੇਟ ਕਰਕੇ ਇਹਨਾਂ ਦੇ ਵਿੱਚ ਰਹਿ ਸਕਦੇ ਸੀ, ਲੇਕਿਨ ਇਹ ਅੱਜ ਖੰਡਰਾਤ ਦਾ ਮੰਜ਼ਰ ਪੇਸ਼ ਕਰ ਰਹੇ ਨੇ ਬੰਗਲੇ। ਕਿਸੇ ਵੀ ਜਗ੍ਹਾ ਤੇ ਜਾਂਦੇ ਪਏ ਆ, ਉਹ ਏਡੀਆਂ ਏਡੀਆਂ ਕੀਮਤੀ ਵਿਰਸੇ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਜਿਹੜਾ ਹੈ ਇਸਤੇਮਾਲ ਦੇ ਵਿੱਚ ਨਹੀਂ ਲਿਆ, ਔਰ ਇਹ ਅੱਜ ਟੂਟ ਪੂਟ ਦਾ ਸ਼ਿਕਾਰ ਨੇ। ਨਾਜ਼ਰੀਨ ਇੰਨਾ ਸਬਜ਼ਾ, ਇੰਨੇ ਏਡੇ ਦਰਖਤ ਲਾ ਕੇ ਗਏ ਨੇ, ਔਰ ਐਡਾ ਐਡਾ ਕੀਮਤੀ ਵਿਰਸਾ ਹੈ
ਦੇਖ ਕੇ ਬੰਦਾ हैरान हो जाता है। नाज़रीन ਇਹ ਤੁਹਾਨੂੰ ਸਾਰੀਆਂ ਰੈਸ਼ਾਂ ਦਿਖਾਤੀਆਂ, ਬਕਾਇਦਾ ਪਰਦੇ ਕੀਤੇ ਜਾਂਦੇ ਸਨ। ਆ ਦੇਖੋ ਉਹਦੇ ਅੱਗੇ ਸੀਨ ਵੀ ਸਨ। ਆਹ ਦੇਖੋ ਅਕਸਰ ਜਗ੍ਹਾ ਤੇ ਕਿਤੇ ਵੀ ਤੁਸੀਂ ਚੱਲ ਜਾਓ ਵਨ ਪਿੱਪਲ, ਇਸ ਸਾਈਡ ਤੇ ਹੁਣ ਪਿੱਪਲ ਕੱਦ ਆਵਰ ਏਡਾ ਦਰਖਤ ਆ, ਜਿੱਥੇ ਵੀ ਚਲੇ ਗਏ ਆ ਬੋੜ ਪਿੱਪਲ ਗਠਲ। ਗਠਲ ਇੱਕ ਤੁਹਾਨੂੰ ਦਰਖਤ ਉਹ ਦੱਸਿਆ ਸੀ ਪਿਛਲੀ ਦਫਾ ਕਿ ਜਿਹੜਾ ਚੀਚਾ ਵਤਨੀ ਹੈੱਡਕੁਆਟਰ ਜਿਹੜਾ ਬੰਗਲਾ ਹੈ ਉੱਥੇ ਜਾਣੀ ਕਿ ਤੁਹਾਨੂੰ ਦੱਸਿਆ ਸੀ ਗਠਲ ਉਹਦਾ ਜਿਹੜਾ ਦਰਖਤ ਜਿਹੜਾ ਹੈ ਨਾਯਾਬ ਦਰਖਤ ਹੈ। ਪੰਜਾਬ ਵਿੱਚ ਇੱਕ ਦੋ ਦਰਖਤ ਆ ਉਹ ਚੀਚਾ ਵਤਨੀ ਬੰਗਲੇ 'ਚ ਲੱਗੇ, ਉਹਦਾ ਨਾਮ ਹੈ ਗਠਲ। ਇਹ ਦੇਖੋ ਕੈਮਰਾਮੈਨ ਜਿਹੜਾ ਤੁਹਾਨੂੰ ਦਰਖਤ ਦਿਖਾ ਰਿਹਾ ਏਡਾ ਕਾਦਾਵਰ ਆ। ਦਰਖਤ ਇੱਥੇ ਹੋਰ ਵੀ ਬਹੁਤ ਲੱਗੇ ਹੋਏ ਨੇ, ਲੇਕਿਨ ਇਹ ਦੇਖੋ ਇਹਦੀ ਚੌੜਾਈ, ਇਹ ਦੇਖੋ ਜਿੱਥੇ ਮੈਂ ਖੜਾ ਇਹਦੀ ਚੌੜਾਈ, ਇਹਨਾਂ ਦਰਖਤਾਂ ਦਾ ਤਰੀਕਾਕਾਰ ਉਹਨਾਂ ਨੇ ਬਣਾਇਆ ਸੀ। ਜਿਸ ਜਗ੍ਹਾ ਤੇ ਵੀ ਗੋਰਾ ਬੰਗਲਾ ਬਣਾਉਂਦਾ ਸੀ ਇਹ ਦਰਖਤਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦਾ ਸੀ, ਖਾਸ ਤੌਰ ਇਸ ਪਿੱਪਲ ਨੂੰ। ਪਿੱਪਲ ਬੋੜ, ਉਸ ਤੋਂ ਬਾਅਦ ਵਣ ਇਹ ਜਿਹੜੇ ਪੁਰਾਣੇ ਇਹ ਖੜੇ ਨੇ। ਲਓ ਨਾਜ਼ਰੀਨ ਇਹ ਤੁਹਾਨੂੰ ਦਿਖਾਈਆਂ ਨੇ ਰੈਸ਼ਾਂ ਕਿ ਜਿਹੜੇ ਉਦੋਂ ਮੁਸਲਮਾਨ ਵੀ ਜਿਹੜੇ ਨੇ ਇੱਥੇ ਰਹਿੰਦੇ ਸਨ। ਮੁਖਤਲਫ ਮਕਤਬੇ ਫਿਕਰ ਯਾਨੀ ਕਿ ਕਈ ਹਿੰਦੂ ਸਿੱਖ ਵੀ ਹੋਣਗੇ ਜ਼ਾਹਿਰ, ਕਿਉਂਕਿ 1947 ਤੋਂ ਪਹਿਲੇ ਦਾ ਇਹ ਹੈਗਾ। ਪਾਕਿਸਤਾਨ 1947 ਦੇ ਵਿੱਚ ਵਜੂਦ 'ਚ ਆਇਆ, ਉਦੋਂ ਫਿਰ ਬਟਵਾਰਾ ਹੋਇਆ, ਹਿੰਦੂ ਸਿੱਖ ਆਪਣੇ ਮੁਲਕਾਂ ਚਲੇ ਗਏ। ਜ਼ਾਹਿਰ ਅਸੀਂ ਪਹਿਲੇ ਇਕੱਠੇ ਸੀ। ਇਹ ਦੇਖੋ ਪਰਲੀ ਸਾਈਡ ਤੇ ਇਹ ਮੈਂ ਹੁਣ ਦਿਖਾ ਰਿਹਾ, ਕੈਮਰਾਮੈਨ ਤੁਹਾਨੂੰ ਦਿਖਾਉਂਦਾ ਹੈ ਜੀ। ਇਹ ਦੇਖੋ ਉਹ ਵੀ ਰੈਸ਼ਾਂ ਨੇ, ਉਹ ਵੀ ਸਾਰੀਆਂ ਰੈਸ਼ਾਂ ਇਹਨਾਂ ਨੂੰ ਬਣਾ ਕੇ ਦਿੱਤੀਆਂ, ਬਲਕਿ ਚੱਲਦੇ ਹੀ ਆ ਆਹ ਰੈਸ਼ ਦਿਖਾਉਂਦਾ ਪਿਆ ਜੀ। ਇਹ ਵੀ ਰੈਸ਼ ਹੈ ਜੀ, ਯਾਨੀ ਕਿ ਸਾਰਿਆਂ ਤੋਂ ਪਹਿਲੇ ਇਹ ਰੈਸ਼ਾਂ ਹੀ ਯਾਨੀ ਕਿ ਇਹ ਬਣਾ ਕੇ ਦਿੱਤੀਆਂ ਜਾਂਦੀਆਂ ਸੀ। ਆਹ ਦੇਖੋ ਜਿਵੇਂ ਧੂੰਆਂ ਅਸੀਂ ਕਰਨ ਵਾਸਤੇ ਯਾਨੀ ਕਿ ਧੂੰਆਂ ਨਿਕਲੇ, ਇਹ ਕਿਚਨ ਵਗੈਰਾ ਇੱਧਰ ਧੂੰਵੇਂ ਵਾਸਤੇ ਉੱਪਰ ਨੂੰ ਨਿਕਲਣ ਵਾਸਤੇ ਇਹ ਸਾਰਾ ਸਿਸਟਮ ਹੀ ਬਣਾਇਆ ਹੋਇਆ ਸੀ। ਇਹ ਨਹੀਂ ਸੀ ਹੈਗਾ ਸਿਸਟਮ ਤੋਂ ਉਹ ਬਾਹਰ ਸਨ। ਲਓ ਜੀ ਹੁਣ ਅਗਲੀ ਜਿਹੜੀ ਰਿਹਾਇਸ਼ ਆ ਇਹ ਵੀ ਜ਼ਾਹਿਰ ਕਿਸੇ ਅਫਸਰ ਦੀ ਜਾਂ ਕਿਸੇ ਆਪਣੇ ਮੁਲਾਜ਼ਮ ਮੁਤਹਿਦ ਦੇ ਮੁਤਲਕਾ ਹੋਏਗੀ। ਨਾਜ਼ਰੀਨ ਮੈਂ ਤੁਹਾਨੂੰ ਇਹ ਵੀ ਦੱਸਦਾ ਚੱਲਾਂ, ਇਹ ਤਾਰਬਾਊ, ਉਸ ਤੋਂ ਬਾਅਦ ਬੇਲਦਾਰ ਤੋਂ ਲੈ ਕੇ ਡੀਐਫਓ ਤੋਂ ਲੈ ਕੇ ਜ਼ਿਲ੍ਹੇਦਾਰ, ਇੱਦਾਂ ਕਰਕੇ ਸਭ ਨੂੰ ਹੀ ਇੱਥੇ ਰੈਸ਼ਾਂ ਦਿੱਤੀਆਂ ਜਾਂਦੀਆਂ ਸਨ। ਇਹ ਰੈਸ਼ਾਂ ਦੇ ਵਿੱਚ ਆਪਣੇ ਅਗਲਿਆਂ ਨੇ ਬੱਚੇ ਰੱਖੇ ਹੋਏ ਸੀ, ਬੱਚੇ ਰਹਿੰਦੇ ਸਨ। ਇਹ ਦੇਖੋ ਬਕਾਇਦਾ ਉਹੀ ਦਰਵਾਜ਼ਾ, ਜਿਵੇਂ ਆਪਣੀਆਂ ਰੈਸ਼ਾਂ ਹੈਗੀਆਂ ਨੇ, ਇਹ ਦੇਖੋ ਉੱਦਾਂ ਹੀ ਰੈਸ਼ਾਂ, ਉੱਦਾਂ ਹੀ ਦਰਵਾਜ਼ਾ। ਇੱਕ ਚੀਜ਼ ਅੱਜ ਦਿਖਾਉਣ ਦਾ ਮਤਲਬ ਇਹ ਆ, ਦੇਖੋ ਨਾ ਘੁਣ ਲੱਗਾ ਨਾ ਕੋਈ ਕੀੜਾ ਲੱਗਾ। ਇਹ ਦੇਖੋ कैसा यानी कि खूबसूरत अज भी। आ देखो उनकी विंडो ये विंडो ने, इधरों सारा सेन हर चीज़ हैगी। यह देखो इदा बैठते सन, यह बरांदे ने, यह देखो कमरे ने, खूबसूरत कमरे। लेकिन अज जिहड़ा इत्थे ना कोई बंदा ना कोई बंदे की जात, अज ये भूत बंगले बने हुए ने। ये की बने भूत बंगले। नाज़रीन यह देखो उन्होंने दरख्त, आ देखो दरवाजे, उन्होंने गार्डर। यह देखो ये कदी जदों उन्होंने अमला नाल हैगा सी उदों ये रहिंदे। देखो किड्डे खूबसूरत अंदाज दे नाल, देखो इधरों भी हवा, आ देखो विंडो भी रखियां सन, इधरों भी हवा। यह कमरे सन कि हवा दा जिहड़ी कि ना हर पासों जिहड़ा उन्होंने निकास रखा होया सी। यह देखो यह भी कमरा ज़ाहिर है ये रहायश आ, ठीक है जी। यह देखो जी सारा सिस्टम, यह देखो तो ये जी अज भी बिहार की ये लकड़, इनू कौन कीड़ा किसी चीज़ ने कोई नहीं जे खादा। यह भी ज़ाहिर साढ़े को भैणा भरा जिहड़े दुनिया तो चले गए गोरा उन्होंने। आ देखो यह बकायदा जिहड़ा है किचन वगैरह, यह किचन छोटा जिहा कमरा भी उदों भी यानी कि हर तरीका जिहड़ा है ना अपनाया जाता सी ताकि हवा भी उत्ते नूं जावे। यह विंडो भी है, उदों ज़ाहिर है बिजलियां कोई नहीं सी हुंदी, इहो जिहा सिस्टम सी, हवा पेशादा सी। यह देखो यह सेन है, ठीक है जी। और बकायदा विचों छोटी छोटी सीढ़ियाँ इस तरह, आ देखो सीढ़ियाँ जिहड़ियां उपर छत नूं जा रही जी हर रैश दे उत्ते। यह देखो उही डिजाइनिंग गोरे वाली, उही छत्तां, उही आ देखो छत कहो कि किते पानी टपक जाए जां ये भी ज़ाहिर आ किते कोई मतलब उहदे जिलेदार दी तारबाऊ दी किसी दी रैश हो सकती है। यह देखो सेम ये रैशां ने। अगर मेरा कैमरामैन आवे, आ देखो उत्थों स्टार्ट किया सी, ओ बंगला जी, ओ जरा अकड़ा वाला बंगला जी। उस तो अगे मस्जिद आ जिहड़ी तुहानूं दिखा चुके हैं जी। ओ मस्जिद आ, मस्जिद दे नाल ओ कलोनियां जिहड़ियां दूर दूर तक ओ जिहड़ियां कलोनियां ने, यानी कि कलोनियां दे विच रैशां ने। यह भी रैश आ, यह भी थोड़ी जी आ रैशां पुरानियां तुहानूं दिखाइयां। यह भी रैश आ, यह भी किसी तारबाऊ दी रैश होएगी
ਤੇ ਇਹ ਦੇਖੋ ਨਾਜ਼ਰੀਨ, ਮੈਂ ਜਿਹੜੀ ਗੱਲ ਕੀਤੀ ਸੀ ਇਹ ਮੈਂ ਹੁਣ ਉੱਤੇ ਕਰੀਬ ਆ ਗਿਆ ਉਸ ਰੈਸ਼ ਦੇ। ਇਹ ਦੇਖੋ ਨਹਿਰ, ਜਿੱਦੀ ਮੈਂ ਨਹਿਰ ਦੀ ਗੱਲ ਕੀਤੀ ਸੀ, ਆ ਛੋਟੀ ਜੀ ਨਹਿਰ ਬਹਿੰਦੀ ਪਈ ਹੈ ਜੀ। ਇਹ ਛੋਟੀ ਜੀ ਨਹਿਰ, ਨਹਿਰਾਂ ਦੇ ਉੱਤੇ ਅਕਸਰ ਇਹਦੀ ਜਿਹੜੀ ਇਹ ਅੰਗਰੇਜ਼ ਦੀ ਸੋਚ, ਨਹਿਰਾਂ ਦੇ ਉੱਤੇ ਉਹਨੇ ਇਹ ਬੰਗਲੇ ਬਣਾਏ ਨੇ ਜੀ। ਨਹਿਰਾਂ ਤੇ ਬੰਗਲੇ ਬਣਾ ਕੇ ਤੇ ਇਹਨਾਂ ਨੇ ਪਾਣੀ ਆਪਾਸ਼ੀ, ਉਸ ਤੋਂ ਬਾਅਦ ਜ਼ਮੀਨਾਂ ਨੂੰ ਪਾਣੀ ਦੇਣਾ ਔਰ ਹਰ ਬੰਦੇ ਨੂੰ ਪਾਣੀ ਮਿਲਣਾ, ਨਹਿਰਾਂ ਦਾ ਨਿਜ਼ਾਮ, ਇਹਨੂੰ ਉਹਨੇ ਜ਼ਿਆਦਾ ਸਟੈਬਲਿਸ਼ ਕੀਤਾ। ਉਸ ਤੋਂ ਬਾਅਦ ਨਾਜ਼ਰੀਨ ਉਹਦਾ ਜਿਹੜਾ ਸਟਰਕਚਰ ਇਦਾਂ ਦਾ ਸੀ, ਇਹ ਨਹੀਂ ਹੈਗਾ ਕਿ ਕਿਸੇ ਨਾਲ ਨਾ ਇਨਸਾਫੀ, ਉਹਨੇ ਹਰ ਬੰਦੇ ਨੂੰ ਪਾਣੀ ਔਰ ਉਸ ਤੋਂ ਬਾਅਦ ਨਹਿਰੀ ਨਿਜ਼ਾਮ ਨੂੰ ਜ਼ਿਆਦਾ ਡਿਵੈਲਪ ਕੀਤਾ। ਇਹ ਹੁਣ ਮੈਂ ਤੁਹਾਨੂੰ ਨਹਿਰ ਦਿਖਾ ਕੇ ਜੀ ਤੇ ਆਪਣਾ ਜਿਹੜਾ ਹੈ ਕਿੱਸਾ ਖਤਮ ਹੋ ਜਾਣਾ ਜੀ। ਇਹ ਬੰਗਲੇ ਦਾ ਸਾਰੇ ਦਾ ਤੁਹਾਨੂੰ ਵਿਜ਼ਿਟ ਕਰਾਤਾ। ਉਮੀਦ ਹੈ ਕਿ ਤੁਹਾਨੂੰ ਇਹ ਬਹੁਤ ਅੱਛਾ ਲੱਗਾ ਹੋਵੇਗਾ ਔਰ ਕਿਤੇ ਵੀ ਬਹਿ ਕੇ ਅਕੜਾਂ ਵਾਲਾ ਬੰਗਲਾ ਜੀ ਜਿੱਥੇ ਅੱਜ ਅਸੀਂ ਪਹੁੰਚ ਚੁੱਕੇ ਹਾਂ। ਔਰ ਉਸ ਤੋਂ ਬਾਅਦ ਇਹ ਨਹਿਰ ਹੈ ਜੀ। ਉਦੋਂ ਜਿਹੜਾ ਇਹ ਸਾਈਡਾਂ ਤੇ ਇਸੇ ਤਰ੍ਹਾਂ ਹੀ ਇਹ ਨਹਿਰਾਂ ਤੇ ਜਿੱਥੇ ਵੀ ਗਏ ਆ, ਦੇਖੋ ਜੀ ਇਹ ਨਹਿਰ ਹੈ, ਜਿੱਥੇ ਵੀ ਗਏ ਆ ਉਸ ਬੰਗਲੇ ਦੇ ਉੱਤੇ ਨਹਿਰ ਜ਼ਰੂਰ ਹੈ। ਇਦਾਂ ਹੀ ਆ ਜਿਹੜੀ ਪਟੜੀਆਂ ਦੇ ਉੱਤੇ ਘੋੜਿਆਂ ਦਾ ਲਸ਼ਕਰ ਆਉਂਦਾ ਸੀ, ਘੋੜਿਆਂ ਦਾ ਲਸ਼ਕਰ ਇਹ ਨਹਿਰ ਤੇ ਅੰਦਰ ਨੂੰ ਬੰਗਲਿਆਂ ਨੂੰ ਦਾਖਲ ਹੋ ਜਾਂਦਾ ਸੀ। ਅੰਦਰ ਹੀ ਇਹਨਾਂ ਦੀਆਂ ਸਭ ਦੀਆਂ ਰੈਸ਼ਾਂ ਸਨ। ਉਸ ਤੋਂ ਬਾਅਦ ਨਾਜ਼ਰੀਨ ਖਾਣੇ ਵੀ ਪੱਕਦੇ ਸਨ ਬਕਾਇਦਾ। ਇਹ ਜਿਹੜਾ ਗੋਰਾ ਹੈ ਇਹਦਾ ਇਸਤਕਬਾਲ ਕੀਤਾ ਜਾਂਦਾ ਸੀ, ਸਾਈਡਾਂ ਦੇ ਬਗੀਚੇ ਲੱਗੇ ਹੋਏ ਸਨ। ਤੇ ਆ ਜਿਹੜਾ ਆ ਹੁਣ ਮੈਂ ਤੁਹਾਨੂੰ ਦਿਖਾਣਾ ਜੀ, ਇਹ ਸਾਰਾ ਨਿਜ਼ਾਮ ਜਿਹੜਾ ਹੈ ਇਦਾਂ ਹੀ ਲਸ਼ਕਰ ਜਿਹੜਾ ਹੈ। ਤੇ ਨਾਜ਼ਰੀਨ ਹੁਣ ਅਸੀਂ ਇਹ ਉਸ ਪਟੜੀ ਦੇ ਉੱਤੇ ਤੁਰੇ ਜਾ ਰਹੇ ਹਾਂ, ਨਾਲੋਂ ਨਾਲ ਸਾਈਡਾਂ ਤੇ ਤੁਹਾਨੂੰ ਹਰ ਚੀਜ਼ ਜਿਹੜੀ ਹੈ ਦਿਖਾਉਂਦੇ ਜਾ ਰਹੇ ਹਾਂ ਕਿ ਇਹ ਬੰਗਲਾ ਸੀ। ਬੰਗਲਾ ਜਿੱਥੇ ਵੀ ਹੋਵੇ ਉਹਨੇ ਕਈ ਏਕੜ ਤੇ ਜਿਹੜਾ ਮਹੀਦ ਕੀਤਾ ਸੀ, ਬੜੇ ਬੜੇ ਕਾਦਾਵਰ ਦਰਖਤ ਲਾ ਕੇ, ਤਾਂ ਕਿ ਦਰਖਤ ਇੱਕ ਐਸੀ ਚੀਜ਼ ਹੈ, ਗੋਰੇ ਦਾ ਕਹਿਣਾ ਕਿ ਦਰਖਤ ਲੱਗੇ ਹੋਣ ਤੇ ਹਸਪਤਾਲ ਵੀਰਾਨ ਪੜ ਜਾਂਦੇ ਨੇ, ਵੀਰਾਨ ਆਪ ਹੀ ਪੈ ਜਾਣੇ ਨੇ। ਕਿ ਜਦੋਂ ਦਰਖਤਾਂ ਦੀ ਅਸੀਂ ਕਦਰ ਕਰਾਂਗੇ ਸਾਨੂੰ ਆਕਸੀਜਨ ਮਿਲੇਗਾ, ਬਿਮਾਰੀਆਂ ਤੋਂ ਇਨਸਾਨ ਪਾਕ ਹੋ ਜਾਂਦਾ। ਤੁਸੀਂ ਜਿਹੜਾ ਹੈ ਰੋਜ਼ਾਨਾ ਦੇ ਮਰਰਾ ਤੇ ਕਿਤੇ 20 ਮਿੰਟ ਆਪਣੀ ਜ਼ਿੰਦਗੀ ਦੇ ਨਾਲ ਇਹ ਕੰਪਰੋਮਾਈਜ਼ ਕਰ ਲਵੋ। 20 ਮਿੰਟ ਜਿੱਥੇ ਦਰਖਤ ਲੱਗੇ ਹੋਣ, ਜੰਗਲ ਜਾਂ ਜਿੱਥੇ ਬਹੁਤ ਜ਼ਿਆਦਾ ਦਰਖਤ ਹੋਣ, ਉੱਥੇ ਤੁਸੀਂ 20 ਮਿੰਟ ਦੀ ਸਵੇਰ ਨੂੰ ਵਾਕ ਕਰ ਲਓ। ਆਕਸੀਜਨ ਜਿਹੜਾ ਤੁਹਾਡੇ ਅੰਦਰ ਜਾਏਗਾ। ਕਦੀ ਵੀ ਇੰਨੀ ਯਾਨੀ ਕਿ ਕੁਵਤ ਦੇ ਮੁਦਾਫਤ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ ਹੈ ਕਿ ਕਦੀ ਵੀ ਬਿਮਾਰੀ ਰਹਿੰਦੀ ਨਹੀਂ। ਇਨਸਾਨ ਦੇ ਆਟੋਮੈਟਿਕ ਉਹ ਬਿਮਾਰੀਆਂ ਜਿਹੜੀਆਂ ਰਿਲੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹੀ ਗੋਰੇ ਦੀ ਬੜੀ ਸੋਚ ਸੀ। ਗੋਰਾ ਹਮੇਸ਼ਾ ਬੜੀ ਲੰਬੀ ਸੋਚ ਸੋਚਦਾ ਹੈ। ਗੋਰਾ ਇਹੀ ਦਰਖਤਾਂ ਦੇ ਕਿਤੇ ਵੀ ਜਾਣਾ ਉਹਨੇ ਦਰਖਤ, ਕਿਤੇ ਵੀ ਜਾਣਾ ਉਹਦਾ ਲਸ਼ਕਰ, ਕਾਰਵਾਂ ਉਹਦਾ ਇਸੇ ਤਰ੍ਹਾਂ ਹੀ ਹੁੰਦਾ ਸੀ। ਘੋੜਿਆਂ ਦੇ ਲਸ਼ਕਰ ਹੁੰਦਾ ਸੀ ਔਰ ਘੋੜਿਆਂ ਦੇ ਕੱਚੇ ਰਸਤੇ, ਬਗੀਚੇ, ਉਦੋਂ ਦੇ ਜਿਹੜੇ ਮਾਸ਼ਕੀ ਹੁੰਦੇ ਸਨ ਉਹ ਮਸ਼ਕਾਂ ਦੇ ਨਾਲ ਪਾਣੀ ਪਾਉਂਦੇ ਸਨ। ਪਾਣੀ ਪਾ ਕੇ ਤੇ ਇਹਨਾਂ ਨੂੰ ਇਹ ਰੋੜਾਂ ਨੂੰ ਜਿਹੜਾ ਹੈ ਤਰੋ ਤਾਜ਼ਾ ਕਰ ਦਿੰਦੇ ਸਨ। ਗੋਰਾ ਖੁਸ਼ ਹੋ ਜਾਂਦਾ ਸੀ। ਉਸ ਤੋਂ ਬਾਅਦ ਕਿਆਰੀਆਂ, ਫੂਲ ਜਾਣੀ ਕਿ ਇਹ ਸਜਾ ਦਿੱਤੇ ਜਾਂਦੇ ਸਨ ਜਿਸ ਦਿਨ ਗੋਰੇ ਨੇ ਵਿਜ਼ਿਟ ਕਰਨਾ ਹੁੰਦਾ ਸੀ। ਔਰ ਬਕਾਇਦਾ ਜਿਹੜਾ ਹੈ ਗੋਰਾ ਉੱਥੇ ਬੈਠਦਾ ਸੀ ਔਰ ਬਹਿ ਕੇ ਕਿਤਾਬਾਂ ਦੇ ਵਿੱਚ ਹਰ ਜਿਹੜੀ ਇਹ ਚੀਜ਼ ਲਿਖਦਾ ਸੀ ਤਾਂ ਕਿ ਰਿਟਨ ਦੇ ਵਿੱਚ ਰਵੇ। ਅਗਰ ਕੋਈ ਥੱਲੇ DFO ਜਾਂ ਉਹਦੇ ਜ਼ਿਲ੍ਹੇਦਾਰ ਜਾਂ ਉਸ ਤਾਰਬਾਊ, ਹਰ ਇੱਕ ਨੂੰ ਇਹ ਜਿਹੜਾ ਹੈ ਵਾਚ ਕਰਦਾ ਸੀ। ਵਾਚ ਕਰਕੇ ਹਰ ਚੀਜ਼ ਉਹਦੇ ਕੋਲ ਰਿਟਨ ਲੈਂਦਾ ਸੀ। ਉਸ ਤੋਂ ਬਾਅਦ ਇਹ ਬੰਗਲਿਆਂ ਦਾ ਬਣਾਉਣ ਦਾ ਮਕਸਦ ਇਹ ਸੀ ਉਹ ਇੱਥੇ ਬਕਾਇਦਾ ਜਿਹੜਾ ਹੈ ਰਿਹਾਇਸ਼ ਕਰਦਾ ਸੀ। ਰਾਤ ਰਵੇ, 2 ਰਾਤਾਂ ਰਹੇ, ਫਿਰ ਉਹਨੇ ਅਗਲੇ ਬੰਗਲੇ ਦੇ ਵਿੱਚ ਉਹਦਾ ਜਾਣੀ ਕਿ ਜਿਵੇਂ ਅਸੀਂ ਆ ਕਹਿੰਦੇ ਹਾਂ ਹੁਣ ਲਾਹੌਰ ਤੋਂ ਬਾਅਦ ਇਸਲਾਮਾਬਾਦ, ਸਾਡਾ ਵਜ਼ੀਰ ਜਿਹੜਾ ਇਸਲਾਮਾਬਾਦ ਚਲਾ ਗਿਆ, ਇਸਲਾਮਾਬਾਦ ਤੋਂ ਬਾਅਦ ਟਰੈਵਲ ਕਰ ਗਿਆ, ਹੁਣ ਤਾਂ ਜ਼ਿਆਦਾ ਦਾ ਇਹ ਸਾਰਾ ਕਰਾਚੀ ਚਲਾ ਗਿਆ। ਇਸ ਤਰ੍ਹਾਂ ਉਦੋਂ ਇਹ ਚੀਜ਼ ਬਿਲਕੁਲ ਕੋਈ ਨਹੀਂ ਸੀ ਹੈਗੀ। ਇਹ ਗੋਰੇ ਨਾਲ ਹੁੰਦੇ ਸੀ। ਜਿਹੜਾ ਇੰਚਾਰਜ ਹੁੰਦਾ ਸੀ ਬੰਗਲਿਆਂ ਦਾ, ਉਹਨੇ ਆਪਣੇ ਘੋੜੇ ਤੇ ਅੰਗਰੇਜ਼ ਨੇ ਬਹਿਣਾ, ਆਪਣੇ ਨਾਲ ਲਸ਼ਕਰ ਹੋਣਾ। ਉਹਨਾਂ ਨੇ ਜਨਾਬ ਇਹ ਬੰਗਲਿਆਂ ਤੇ ਆ ਕੇ ਦੀਵੇ ਬਲਦੇ ਹੁੰਦੇ ਸੀ। ਦੀਵਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਦੀਵੇ ਜਲਾ ਦੇਣੇ। ਉਸ ਤੋਂ ਬਾਅਦ ਗੋਰੇ ਨੇ ਇਹ ਦੇਖੋ ਜੀ ਮੇਰੇ ਬੈਕ ਸਾਈਡ ਤੇ ਆ ਤੁਹਾਨੂੰ ਹੁਣ ਦਿਖਾਏਗਾ ਇਹ ਬੰਗਲਾ ਤੇ ਇਹਦੇ ਸਾਰੇ ਆਕਾ ਦਾਵਰ ਜਿਹੜੇ ਦਰਖਤ ਨੇ 100 ਸਾਲ ਤੋਂ ਜ਼ਿਆਦਾ ਇਹ ਦਰਖਤ ਹੋ ਗਏ ਨਾਜ਼ਰੀਨ। ਲੇਕਿਨ ਅਸੀਂ ਜਿਹੜਾ ਹੈ ਕੋਈ ਪੌਦਾ ਲਾ ਕੇ ਰਾਜ਼ੀ ਨਹੀਂ। ਅਸੀਂ ਹੁਣ ਕੀ ਕੀਤਾ, ਜਿਵੇਂ ਜਿਵੇਂ ਆਵਾਮਨ ਨਾਸ, ਜਿਵੇਂ ਜਿਵੇਂ ਦੁਨੀਆ ਜਿਹੜੀ ਆਬਾਦ ਹੁੰਦੀ ਜਾਂਦੀ ਹੈ, ਅਸੀਂ ਆਪਣੇ ਦਰਖਤ ਜਿਹੜੇ ਨੇ ਘਟਾਉਂਦੇ ਜਾਂਦੇ ਹਾਂ, ਬਿਮਾਰੀਆਂ ਨੂੰ ਵਧਾਉਂਦੇ ਜਾਂਦੇ ਹਾਂ। ਬਿਮਾਰੀਆਂ ਜਦੋਂ ਵੱਧ ਜਾਣਗੀਆਂ ਹਸਪਤਾਲ ਆਬਾਦ ਕਰ ਦਿੱਤੇ ਨੇ। ਅਸੀਂ ਇਹ ਨਹੀਂ ਸੋਚਦੇ ਘਰ ਦੇ ਅੱਗੇ
ਆਪਣਾ ਦਰਖਤ ਲਾਈਏ। ਅਸੀਂ ਆਪਣੇ ਏਡੇ ਏਡੇ ਬੰਗਲੇ ਬਣਾ ਲਏ ਨੇ, ਉਹਨਾਂ ਦੇ ਇਰਦ ਗਿਰਦ ਨਾ ਹਰਿਆਲੀ ਆ, ਨਾ ਉੱਥੇ ਦਰਖਤ ਆ, ਨਾ ਉੱਥੇ ਕੋਈ ਸ਼ੈ ਆ। ਦੇਖੋ ਇਹ ਸਾਰਾ ਕੱਚੇ ਦੇ ਜਦੋਂ ਕਾਰਵਾਂ ਆਉਂਦਾ ਸੀ ਜੀ। ਹੁਣ ਜਿਹੜਾ ਹੈ ਇੱਥੋਂ ਜਿਹੜਾ ਹੈ ਇਹ ਲਸ਼ਕਰ ਜਿਹੜਾ ਹੈ, ਐ ਮੈਂ ਜਿਵੇਂ ਹੁਣ ਉਤਰ ਰਿਹਾ ਜੀ ਨਾਜ਼ਰੀਨ, ਇੱਥੋਂ ਲਸ਼ਕਰ ਜਿਹੜਾ ਇਹ ਟਰਨ ਹੋ ਜਾਂਦਾ ਸੀ ਇਹ ਬੰਗਲੇ ਨੂੰ ਜੀ, ਇਹ ਆਕੜਾਂ ਦੇ ਬੰਗਲੇ ਨੂੰ ਦਾਖਲ ਹੋ ਜਾਂਦਾ ਸੀ। ਇਹ ਸਾਈਡਾਂ ਤੇ ਹੁਣ ਤੁਸੀਂ ਆਪ ਹੀ ਦੇਖ ਲਵੋ, ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਦਿਖਾ ਰਿਹਾ। ਇਹ ਦੇਖੋ ਇੱਥੋਂ ਸ਼ੁਰੂ ਕਰੇ, ਇਹ ਦੇਖੋ ਕਿੱਡੇ ਕਿੱਡੇ ਕੱਦਾਵਰ ਦਰਖਤ ਹੈਗੇ ਨੇ, ਲੇਕਿਨ ਇਹਨਾਂ ਦੀ ਦੇਖਭਾਲ ਗੌਰਮੈਂਟ ਦਾ ਆਪਣਾ ਰੰਡੀ ਰੋਣਾ ਨਹੀਂ ਮੁੱਕਦਾ, ਉਹਨੇ ਦੇਖਭਾਲ ਕੀ ਕਰਨੀ ਹੈ। ਇਹ ਸਾਡੇ ਅਸਾਸੇ ਨੇ, ਠੀਕ ਹੋ ਗਿਆ। ਇਹ ਹੁਣ ਸਾਡੇ ਪਾਕਿਸਤਾਨ ਦੇ ਵਿੱਚ ਆ, ਇਹਨਾਂ ਨੂੰ ਜਿਹੜਾ ਹੈ ਅੱਛੇ ਤਰੀਕੇ ਨਾਲ ਸਰਵਾਈਵ ਕਰਕੇ ਇੱਥੇ ਜਿਹੜਾ ਆਬਾਦ ਕਰਨ। ਕਿੰਨਾ ਕਿੰਨਾ ਰਕਬਾ ਵੀਰਾਨ ਪਿਆ, ਯਕੀਨ ਕਰੋ ਇੱਥੇ ਦੂਰ ਦੂਰ ਤੱਕ ਕੋਈ ਬੰਦੇ ਦਾ ਆਣ ਜਾਣ ਕੋ ਨਹੀਂ, ਆ ਰਹਿਸ਼ਾਂ ਵੀਰਾਨ ਪਈਆਂ। ਇਹਨੂੰ ਰੈਨੋਵੇਟ ਕਰਕੇ ਇਹਨੂੰ ਜਿਹੜਾ ਅੱਛੇ ਤਰੀਕੇ ਦੇ ਨਾਲ ਅਸੀਂ ਜਿਹੜਾ ਚਲਾ ਸਕਦੇ ਹਾਂ। ਲੇਕਿਨ ਸਾਡੇ ਕੋ ਆਪਣੇ ਲੜਾਈ, ਆਪਣੇ ਦੰਗੇ, ਆਪਣੇ ਫਸਾਦ ਮੁਲਕ ਦੇ ਵਿੱਚ ਸਾਡੇ ਅਸੀਂ ਆਪ ਹੀ ਜੰਗ ਲਾਈ ਹੋਈ ਏ, ਉਹ ਹੀ ਨਹੀਂ ਖਤਮ ਹੁੰਦੇ। ਅਸੀਂ ਕਿਸੇ ਵਾਸਤੇ, ਆਵਾਮ ਵਾਸਤੇ ਜਾਂ ਕਿਸੇ ਦੇ ਵਾਸਤੇ ਕੀ ਸੋਚਣਾ, ਇਹ ਜਿਹੜਾ ਸਿਲਸਿਲੇ ਸੋਚ ਵਾਲੇ ਜਿਹੜੇ ਨੇ ਉਹ ਖਤਮ ਹੁੰਦੇ ਜਾਂਦੇ ਨੇ। ਅੰਗਰੇਜ਼ ਇਹ ਕੰਮ ਨਹੀਂ ਸੀ ਕਰਦਾ, ਅੰਗਰੇਜ਼ ਇਹ ਪਾਲਿਸੀ ਬਣਾਉਂਦਾ ਸੀ ਕਿ ਪਾਣੀ ਕਿਵੇਂ ਚਾਹੀਦਾ, ਰੇਲਵੇ ਦਾ ਨਿਜ਼ਾਮ ਕਿਸ ਤਰ੍ਹਾਂ ਕਰਨਾ। ਉਸ ਤੋਂ ਬਾਅਦ ਛੋਟੇ ਛੋਟੇ ਨਿਜ਼ਾਮ ਜਿਹੜੇ ਸਨ ਸਾਨੂੰ ਉਹੀ ਦੇ ਕੇ ਗਿਆ। ਅਸੀਂ ਉਸੇ ਬਸੀਦਾ ਨਿਜ਼ਾਮ ਨੂੰ, ਇਹ ਦੇਖੋ ਜੀ ਦਰਖਤ ਦਿਖਾਵੇ ਜੀ ਕੈਮਰਾਮੈਨ, ਦੇਖੋ ਜੀ ਦਰਖਤ ਕਿੱਡੇ ਕਿੱਡੇ ਕੱਦ ਆਵਰ ਦਰਖਤ, ਔਰ ਦੇਖ ਕੇ ਅਕਲ ਦੰਗ ਰਹਿ ਜਾਂਦੀ ਹੈ। ਤੇ ਨਾਜ਼ਰੀਨ ਯਕੀਨ ਕਰੋ ਮੈਂ ਖੁਦ ਹੈਰਾਨ ਰਹਿ ਜਾਣਾ। ਲਓ ਜੀ ਆਖਰੀ ਇੱਟ, ਇਹ ਦੇਖੋ ਏਡੀ ਏਡੀ ਲੰਬੀ ਇੱਟ ਤੁਸੀਂ ਬਿਲਕੁਲ ਵੀ ਕਿਤੇ ਪਾਕਿਸਤਾਨ ਦੇ ਵਿੱਚ ਵੀ ਨਹੀਂ ਵੇਖੀ ਹੋਣੀ। ਆ ਦੇਖੋ ਜੀ ਆਪਣੀਆਂ 2 ਇੱਟਾਂ ਵਰਗੀ ਉਹਨਾਂ ਦੀ ਇੱਟ, 10 ਕਿਲੋ ਤੋਂ ਇਹਦਾ ਵਜ਼ਨ ਜ਼ਿਆਦਾ ਹੈਗਾ ਜੇ। ਕਿਉਂ? ਉਹ ਗੋਰਾ ਜਿਹੜਾ ਨਾ ਜੀ ਆਪਣੇ ਨਿਜ਼ਾਮ ਨੂੰ ਅੱਛੇ ਤਰੀਕੇ ਨਾਲ ਸਰਵਾਈਵ ਕਰਦਾ ਸੀ, ਸਾਡੇ ਤਰ੍ਹਾਂ ਨਹੀਂ ਮਟੀਰੀਅਲ ਘਟਾ ਲਓ, ਆਪਣਾ ਜਿਹੜਾ ਬੇਈਮਾਨੀ ਕਰ ਲਓ। ਗੋਰਾ ਬੇਈਮਾਨ ਨਹੀਂ ਸੀ ਹੈਗਾ ਜੀ। ਇਹ ਦੇਖੋ ਇਹ ਸਿੰਬਲ ਲੱਗਾ ਹੋਇਆ, ਇਹ ਦੇਖੋ ਪਿੱਪਲ ਲੱਗੇ ਹੋਏ ਨੇ। ਲਓ ਜੀ ਨਾਜ਼ਰੀਨ ਜਿੱਥੋਂ ਇੰਟਰ ਹੋਏ ਆ ਇੱਥੋਂ ਗੋਰਾ ਆਪਣੇ ਇਹ ਲਸ਼ਕਰ ਦੇ ਨਾਲ ਇਹ ਫਰੰਟ ਤੇ ਆ ਜਾਂਦਾ ਸੀ। ਇਹ ਜੀ ਅਕੜਾਂ ਵਾਲਾ ਬੰਗਲਾ ਜਿਹੜਾ ਤੁਹਾਨੂੰ ਵਿਜ਼ਿਟ ਕਰਾਇਆ, ਤੁਹਾਨੂੰ ਕਲੋਨੀ, ਰਿਹਾਇਸ਼ਾਂ ਮੁਲਾਜ਼ਮਾਂ ਦੀਆਂ, ਮਸਜਿਦ, ਈਵਨ ਕਿ ਉਹਨਾਂ ਦਾ ਕਿਚਨ, ਸਾਰਾ ਕੁਝ ਅਸੀਂ ਤੁਹਾਨੂੰ ਵਿਜ਼ਿਟ ਕਰਾ ਦਿੱਤਾ। ਨਾਜ਼ਰੀਨ ਉਮੀਦ ਹੈ ਕਿ ਤੁਹਾਨੂੰ ਬੜਾ ਚੰਗਾ ਲੱਗੇਗਾ। ਉਸ ਤੋਂ ਬਾਅਦ ਆਖਰੀ ਦਰਖਤ ਮੈਂ ਇਹ ਦਿਖਾਣਾ ਜੀ, ਇਹ ਦੇਖੋ, ਇਹ ਦੇਖੋ ਦਰਖਤ ਬਿਲਕੁਲ ਇੱਕ ਸੜ ਗਲ ਗਿਆ। ਦੇਖੋ ਇਹ 100 ਸਾਲ ਤੋਂ ਵੀ ਇਹ ਪੁਰਾਣਾ ਦਰਖਤ ਹੈ। ਆਹ ਦਰਖਤ ਦੇਖੋ ਪੀਪਲ, ਇਹ ਦੇਖੋ ਗੋਰੇ ਨੇ ਬੇਹੱਦ ਯਾਨੀ ਕਿ ਜਿਹੜੇ ਵੀ ਬੰਗਲੇ ਤੇ ਗਏ ਆ ਬਿਹਤਰੀਨ ਸ਼ਜਰਕਾਰੀ ਕੀਤੀ ਹੈ। ਔਰ ਇਸੇ ਵਜ੍ਹਾ ਦੇ ਨਾਲ ਆਪਣੀ ਅਕਲ ਦੇ ਨਾਲ 100 ਸਾਲ ਤੋਂ ਜ਼ਿਆਦਾ ਬਰਤਾਨੀਆ ਸਾਡੇ ਤੇ ਹੁਕੂਮਤ ਕਰਕੇ ਚਲਾ ਗਿਆ। ਉਸ ਤੋਂ ਬਾਅਦ 1947 ਦੇ ਵਿੱਚ ਜਿਹੜਾ ਕਿ ਪਾਕਿਸਤਾਨ ਵਜੂਦ ਵਿੱਚ ਆਇਆ, ਇਹ ਇਮਾਰਤਾਂ 100 ਸਾਲ ਤੋਂ ਪੁਰਾਣੀਆਂ ਨੇ। ਆ ਦੇਖੋ, ਤੇ ਅੱਜ ਸਾਡੀਆਂ ਕੋਠੀਆਂ ਨੂੰ, ਬੰਗਲਿਆਂ ਨੂੰ ਜਿਹੜੇ ਖੂਬਸੂਰਤ ਅਸੀਂ ਬਣਾਉਂਦੇ ਗਾਰਡਨਾਂ ਦੇ ਵਿੱਚ, ਉਹਨਾਂ ਨੂੰ ਵੀ ਕੱਟਦੀਆਂ ਜੇ। ਆ ਦੇਖੋ ਉਸੇ ਤਰ੍ਹਾਂ ਖੂਬਸੂਰਤ ਅੰਦਾਜ਼ ਦੇ ਨਾਲ, ਖੂਬਸੂਰਤ ਕਟਿੰਗ ਦੇ ਨਾਲ ਹਰ ਬੰਗਲੇ ਦੀ ਇਸੇ ਤਰ੍ਹਾਂ ਹੀ ਕਟਿੰਗ ਹੋਈ ਹੋਈ ਹੈ, ਇਸੇ ਤਰ੍ਹਾਂ ਹੀ ਇਹਨੂੰ ਅੱਛੇ ਤਰੀਕੇ ਨਾਲ ਉਹਨਾਂ ਨੇ ਬਣਾਇਆ। ਉਮੀਦ ਹੈ ਤੁਹਾਨੂੰ ਅੱਛਾ ਲੱਗਿਆ। ਨਾਜ਼ਰੀਨ ਹੁਣ ਕਮੈਂਟਸਾਂ 'ਚ ਜ਼ਰੂਰ ਦੱਸਣਾ। ਹਮੇਸ਼ਾ ਦੀ ਤਰ੍ਹਾਂ ਆਪਣਾ ਖਿਆਲ ਰੱਖਣਾ। ਪਾਕਿਸਤਾਨ ਜ਼ਿੰਦਾਬਾਦ।